ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਜੋ ਗ੍ਰਹਿ ਉਤਰੈ ਪੂਰਾ, ਅੰਤ ਕਾਲ ਪ੍ਰਾਪਤ ਪਦ ਰੂਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਆਪ ਸੰਗਤਾਂ ਨੇ ਗੁਰੂ ਦਰਬਾਰੇ ਅੰਦਰ ਬੈਠ ਕੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਕਥਾ ਆਪਾਂ ਸਰਵਣ ਕਰਦੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸ਼ਹਿਰ ਵਸਾਉਂਦੇ ਪਏ ਨੇ। ਇੱਥੋਂ ਦੀ ਇੱਕ ਪੀਰ ਲੰਘਿਆ, ਉਸਨੇ ਪੁੱਛਿਆ ਇਹ ਨਗਰ ਕੌਣ ਵਸਾ ਰਿਹਾ ਹੈ। ਤੇ ਮਿਸਤਰੀ ਜਿਹੜੇ ਲੱਗੇ ਸਨ ਉਹਨਾਂ ਨੇ ਆਖਿਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਇਹ ਸ਼ਹਿਰ ਵਸਾਉਂਦੇ ਪਏ। ਇਹ ਗੱਲ ਸੁਣ ਕੇ ਉਹ ਪੀਰ ਕਹਿਣ ਲੱਗਾ, ਇੱਕ ਪਾਸੇ ਤੇ ਗੁਰੂ ਪੈਗੰਬਰ ਸਾਧੂ ਸੰਤ ਇਹ ਗੱਲ ਕਹਿੰਦੇ ਨੇ ਵੀ ਦੁਨੀਆ ਛੱਡ ਕੇ ਚਲੇ ਜਾਣਾ, ਦੁਨੀਆ ਸੰਸਾਰ ਦੇ ਨਾਲ ਮੋਹ ਨਹੀਂ ਪਾਉਣਾ ਚਾਹੀਦਾ। ਤੇ ਦੂਜੇ ਪਾਸੇ ਏਡੇ ਏਡੇ ਵੱਡੇ ਮਹੱਲ ਬਣਾਏ ਜਾ ਰਹੇ ਨੇ। ਇਹਨਾਂ ਮਹੱਲਾਂ ਦਾ ਮੋਹ ਸਤਿਗੁਰੂ ਕਿਵੇਂ ਕੱਢਣਗੇ ਆਪਣੇ ਤੇ ਆਪਣੇ ਸਿੱਖਾਂ ਦੇ ਮਨ ਵਿੱਚੋਂ। ਮੈਂ ਅੱਗੇ ਚੱਲਿਆ ਹਾਂ, ਕੱਲ੍ਹ ਨੂੰ ਵਾਪਸ ਆਵਾਂਗਾ। ਤੁਸੀਂ ਇਸ ਗੱਲ ਦਾ ਜਵਾਬ ਗੁਰੂ ਕੋਲੋਂ ਲੈ ਕੇ ਰੱਖਿਓ, ਤੁਹਾਨੂੰ ਮੈਂ ਆ ਕੇ ਮਿਲਾਂਗਾ। ਇਹੀ ਸਵਾਲ ਮਿਸਤਰੀਆਂ ਨੇ ਜਾ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਕੀਤਾ। ਮਹਾਰਾਜ ਕਹਿਣ ਲੱਗੇ ਜਦੋਂ ਕੱਲ੍ਹ ਨੂੰ ਪੀਰ ਆਵੇ ਤੇ ਸਾਡੇ ਕੋਲ ਲੈ ਕੇ ਆਇਓ। ਅਗਲੇ ਦਿਨ ਪੀਰ ਆਇਆ। ਮਿਸਤਰੀ ਜਿਹੜੇ ਸਨ ਉਹ ਸਤਿਗੁਰਾਂ ਦੇ ਕੋਲ ਲੈ ਕੇ ਗਏ, ਮੱਥਾ ਟੇਕਿਆ। ਪੀਰ ਨੇ ਸਵਾਲ ਉਹੀ ਕੀਤਾ ਵੀ ਮਹਾਰਾਜ ਆਪ ਤੇ ਸੰਸਾਰ ਦੀ ਮੋਹ ਮਮਤਾ ਦੇ ਵਿੱਚ ਪਾ ਰਹੇ ਹੋ, ਬਲਕਿ ਤੁਹਾਨੂੰ ਤੇ ਕੱਢਣਾ ਚਾਹੀਦਾ। ਤੇ ਸਤਿਗੁਰੂ ਫਿਰ ਕਹਿਣ ਲੱਗੇ, ਕਹਿੰਦੇ ਵੀ 4 ਆਸ਼ਰਮ ਨੇ, ਗ੍ਰਹਿਸਤੀ, ਬਾਨਪ੍ਰਸਤੀ, ਸੰਨਿਆਸੀ ਤੇ ਬ੍ਰਹਮਚਾਰੀ। ਤੇ 4 ਆਸ਼ਰਮ, 4 ਤਰ੍ਹਾਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਗੁਜ਼ਾਰਾ ਗ੍ਰਹਿਸਤੀ ਦੇ ਨਾਲ ਹੀ ਹੁੰਦਾ। ਜੇ ਕੋਈ ਜੰਗਲ ਵਿੱਚ ਰਹਿਣ ਵਾਲਾ ਸਾਧੂ ਹੈ, ਉਹਨੂੰ ਵੀ ਜਦੋਂ ਭੁੱਖ ਲੱਗਦੀ ਹੈ ਉਹ ਪਰਿਵਾਰ ਦੇ ਘਰੇ ਆ ਕੇ ਦਰਵਾਜ਼ੇ 'ਤੇ ਆ ਕੇ ਮੰਗਦਾ ਮੈਨੂੰ ਭੁੱਖ ਲੱਗੀ ਆ, ਖਾਣ ਨੂੰ ਦਿਓ। ਜਿਹੜਾ ਕੋਈ ਬ੍ਰਹਮਚਾਰੀ ਹੈ ਕਹਿੰਦਾ ਵਿਆਹ ਨਹੀਂ ਕਰਾਉਣਾ ਚਾਹੀਦਾ, ਉਹਨੂੰ ਵੀ ਜਦੋਂ ਭੁੱਖ ਲੱਗਦੀ ਹੈ ਤੇ ਉੱਥੇ ਆ ਕੇ ਮੰਗਦਾ ਜਿਹੜਾ ਪਰਿਵਾਰ ਵਾਲਾ ਹੈ। ਇਸ ਕਰਕੇ ਸਾਰੇ ਆਸ਼ਰਮਾਂ ਦੇ ਵਿੱਚੋਂ ਗ੍ਰਹਿਸਥ ਪ੍ਰਧਾਨ ਹੈ। ਮਹਾਰਾਜ ਹੋਰ ਕੀ ਸਮਝਾ ਰਹੇ ਨੇ ਅੱਜ ਆਪਾਂ ਸਰਵਣ ਕਰਾਂਗੇ। ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਗ੍ਰਹਿ ਉਤਰੈ ਪੂਰਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਐ ਪੀਰ ਜੀ, ਇਸ ਸੰਸਾਰ ਦੇ ਵਿੱਚ ਜਿਹੜਾ ਬੰਦਾ ਗ੍ਰਹਿਸਤੀ ਹੋ ਕੇ ਪਰਿਵਾਰ ਵਾਲਾ ਹੋ ਕੇ ਤੇ ਫਿਰ ਪੂਰਾ ਉਤਰਦਾ ਹੈ, ਧਰਮ ਦੇ ਕਰਮ ਵੀ ਕਰਦਾ ਹੈ ਔਰ ਸੰਸਾਰ ਦੇ ਕਰਮ ਵੀ ਕਰਦਾ। ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ ਵੀ ਪਾਲਦਾ ਪਿਆ 10 ਨੋਹਾਂ ਦੀ ਕਿਰਤ ਕਰਕੇ, ਔਰ ਆਪਣੀ ਕਮਾਈ ਦੇ ਵਿੱਚੋਂ ਆਪਣੇ ਧਰਮ ਦੇ ਵਾਸਤੇ ਵੀ ਦਸਵੰਧ ਕੱਢਦਾ ਜਾਂ ਕਿਸੇ ਗਰੀਬ ਨੂੰ ਪਾਲਦਾ। ਜਿਹੜਾ ਮਨੁੱਖ ਇਸ ਤਰ੍ਹਾਂ ਦੀ ਬਿਰਤੀ ਰੱਖਦਾ ਹੈ, ਅੰਤ ਕਾਲ ਪ੍ਰਾਪਤ ਪਦ ਰੂਰਾ। ਅੰਤ ਵੇਲੇ ਉਸ ਨੂੰ ਵੱਡਾ ਪਦ ਜਿਹੜਾ ਨਾ ਮੁਕਤੀ ਦਾ ਉਹ ਮਿਲਦਾ। ਕਿਹਨੂੰ ਮਿਲਦਾ? ਗ੍ਰਹਿਸਤੀ ਨੂੰ, ਕਿਉਂਕਿ ਉਹਨੇ ਪਹਿਲਾਂ ਆਪ ਮਿਹਨਤ ਕੀਤੀ ਹੈ, ਆਪਣੇ ਵਾਸਤੇ ਭੋਜਨ ਕਮਾਇਆ, ਫਿਰ ਆਪਣੀ ਕਮਾਈ ਦੇ ਵਿੱਚੋਂ ਕਿਸੇ ਗਰੀਬ ਦੀ ਮਦਦ ਕਰਦਾ ਪਿਆ ਹੈ ਤੇ ਉਸ ਗਰੀਬ ਦੀ ਅਸੀਸ ਲੈਂਦਾ ਪਿਆ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਕਮਾਈ ਕਰਕੇ ਇਕੱਠਾ ਕੀਤਾ, ਉਹਦੇ ਵਿੱਚੋਂ ਵੀ ਦਸਵੰਧ ਅੱਗੇ ਵੰਡਿਆ, ਉਹ ਰੱਬ ਦੇ ਰਾਹ ਨੂੰ ਪਛਾਣੇਗਾ।
ਸੋ ਮਹਾਰਾਜ ਕਹਿਣ ਲੱਗੇ ਜਿਹੜਾ ਇਸ ਤਰ੍ਹਾਂ ਲੋੜ ਪੈਣ 'ਤੇ ਮਦਦ ਕਰਦਾ ਉਹਨੂੰ ਮੁਕਤੀ ਦਾ ਪਦ, ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਪੁੰਨ ਦਾਨ ਕਾ ਕਰੈ ਸਰੀਰ। ਸੋ ਇਹ ਜਿਹੜਾ ਸਰੀਰ ਹੈ ਇਸ ਨੂੰ ਪੁੰਨ ਦਾਨ ਦਾ ਬਣਾਵੇ, ਵੀ ਕਿਤੇ ਪੁੰਨ ਕਰਨਾ ਕਿਤੇ ਦਾਨ ਕਰਨਾ ਹੈ। ਸੋ ਗਿਰਹੀ ਗੰਗਾ ਕਾ ਨੀਰ। ਉਹ ਜਿਹੜਾ ਗ੍ਰਸਤੀ ਹੈ ਉਹ ਗੰਗਾ ਦੇ ਪਾਣੀ ਵਰਗਾ ਸ਼ੁੱਧ ਹੈ। ਪੁੰਨ ਹੁੰਦਾ ਹੈ ਕਿਸੇ ਖਾਸ ਦਿਹਾੜੇ ਦੇ ਉੱਪਰ ਕੀਤਾ ਗਿਆ, ਜਿਵੇਂ ਮੰਨ ਲਓ ਕਿ ਸੂਰਜ ਗ੍ਰਹਿਣ ਲੱਗਾ ਹੈ, ਜਾਂ ਜਿਸ ਤਰ੍ਹਾਂ ਹਰਿਦੁਆਰ ਮੇਲਾ ਲੱਗਾ ਗੰਗਾ ਦੇ ਉੱਪਰ, ਕਿਸੇ ਦਿਨ ਵਿਸ਼ੇਸ਼ ਦਿਨ ਹੋਵੇ, ਜਿਵੇਂ ਪੁੰਨਿਆ ਮੰਨ ਲਈਏ ਜਾਂ ਮੱਸਿਆ ਕਹਿ ਲਈਏ, ਉਸ ਦਿਨ ਕੀਤਾ ਗਿਆ ਕਰਮ ਉਸ ਨੂੰ ਪੁੰਨ ਆਖਿਆ ਜਾਂਦਾ ਹੈ। ਅਤੇ ਦਾਨ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਘਰ ਦੇ ਵਿੱਚੋਂ ਪ੍ਰਸ਼ਾਦੇ ਦਾ, ਕੰਬਲ ਦਾ, ਖੇਸ ਦਾ, ਬਰਤਨ ਦਾ, ਮਾਇਆ ਦਾ ਦਾਨ ਦੇਣਾ, ਕਿਸੇ ਵੇਲੇ ਵੀ ਉਹਨੂੰ ਦਾਨ ਆਖਿਆ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਉਹ ਗ੍ਰਸਤੀ ਗੰਗਾ ਦੇ ਪਾਣੀ ਵਰਗਾ ਉਜਲ ਹੈ, ਗੰਗਾ ਦੇ ਪਾਣੀ ਵਰਗਾ ਸਾਫ਼ ਹੈ। ਜੋ ਜੋ ਥਾਨਵਾਨ ਜਿਤ ਹੋਏ। ਕਹਿਣ ਲੱਗੇ ਵੀ ਜਿਹੜੇ ਮਕਾਨਾਂ ਵਾਲੇ ਨੇ, ਭਾਵ ਕਿ ਜਿਹੜੇ ਗ੍ਰਸਤੀ ਨੇ, ਜਿਨ੍ਹਾਂ ਦੇ ਕੋਲ ਘਰ ਹੈ, ਜਿਨ੍ਹਾਂ ਦੇ ਕੋਲ ਪਰਿਵਾਰ ਹੈ, ਉਹ ਹੇਰ ਅਤਵ ਕੋ ਪੂਜੈ ਸੋਏ। ਤੇ ਹੇਰ ਅਤਿਥ ਕੋ, ਅਥਿਤ ਹੁੰਦਾ ਅਥਿਤੀ, ਲੋੜਵੰਦ, ਵੀ ਇਹ ਬੰਦਾ ਲੋੜਵੰਦ ਹੈ, ਉਹਦੀ ਲੋੜ ਨੂੰ ਪੂਰਾ ਕਰਦਾ ਹੈ। ਕਿ ਆਪਣਾ ਤੇ ਘਰ ਹੈ, ਆਪਣਾ ਤੇ ਪਰਿਵਾਰ ਹੈ, ਆਪਣਾ ਤੇ ਗੁਜ਼ਾਰਾ ਹੁੰਦਾ ਪਿਆ, ਪਰ ਬਾਹਰ ਦਰਵਾਜ਼ੇ ਤੇ ਆ ਗਿਆ ਲੋੜਵੰਦ, ਉਹਨੇ ਦਰਵਾਜ਼ਾ ਖੜਕਾ ਕੇ ਆਖਿਆ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਨੂੰ ਠੰਡ ਲੱਗਦੀ ਹੈ ਕੰਬਲ ਦਿਓ, ਮੈਨੂੰ ਭੁੱਖ ਲੱਗੀ ਹੈ ਰੋਟੀ ਦਿਓ। ਤੇ ਉਸ ਘਰ ਵਾਲੇ ਪਰਿਵਾਰ ਵਾਲੇ ਨੇ ਵੇਖਿਆ ਵੀ ਇਹ ਲੋੜਵੰਦ ਹੈ, ਇਹਨੂੰ ਦੇਣਾ ਚਾਹੀਦਾ, ਤੇ ਉਸ ਵੇਲੇ ਉਹਦੀ ਲੋੜ ਪੂਰੀ ਕਰਦਾ ਹੈ। ਮਹਾ ਪੁੰਨ ਫਲ ਹੈ ਇਸ ਕੇਰਾ। ਇਹਦਾ ਏਡਾ ਵੱਡਾ ਪੁੰਨ ਹੈ, ਏਡਾ ਵੱਡਾ ਫਲ ਹੈ ਵੀ ਕਿਹਾ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ। ਕਮਾਈ ਕਰਕੇ ਆਪਣੇ ਪਰਿਵਾਰ ਦੀ ਤੇ ਪਾਲਣਾ ਕਰਦਾ, ਪਰ ਲੋੜ ਪੈਣ 'ਤੇ ਕਿਸੇ ਰਾਹਗੀਰ ਦੀ ਮਦਦ ਵੀ ਕਰ ਦਿੰਦਾ, ਕਿਸੇ ਸਾਧੂ ਸੰਤ ਪੀਰ ਫਕੀਰ ਦੀ ਮਦਦ ਕਰ ਦਿੰਦਾ। ਕਹਿਣ ਲੱਗੇ ਭਾਈ ਇਹਦੇ ਵਰਗਾ ਵੱਡਾ ਪੁੰਨ ਫਲ ਨਹੀਂ ਹੈ। ਅਤੇ ਸਾਨੂੰ ਸਤਿਗੁਰਾਂ ਨੇ ਇਹੀ ਸਮਝਾਇਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਿਹੜਾ 20 ਰੁਪਏ ਦਾ ਲੰਗਰ ਲਾਇਆ ਨਾ, ਉਹਦਾ ਭਾਵ ਇਹੋ ਹੀ ਸੀ ਵੀ ਆਪਣੇ ਘਰ ਦੇ ਵਿੱਚ ਤੇ ਕਮਾਈ ਕਰਕੇ ਤੂੰ ਛਕਦਾ ਪਿਆ, ਪਰ ਉਸ ਕਮਾਈ ਨੂੰ ਦੂਜਿਆਂ ਵਾਸਤੇ ਵੀ ਵੰਡ, ਦੂਜਿਆਂ ਨੂੰ ਵੀ ਦੇ, ਤਾਂ ਕਿ ਤੇਰੇ ਆਸਰੇ ਕਈਆਂ ਦਾ ਭਲਾ ਹੋ ਜਾਵੇ। ਆਪਣੇ ਵਾਸਤੇ ਤੇ ਪੰਛੀ ਵੀ ਚੁਗਦਾ ਹੈ, ਆਪਣੇ ਵਾਸਤੇ ਤੇ ਜਾਨਵਰ ਵੀ ਖਾਂਦਾ ਹੈ, ਪਰ ਦੂਜੇ ਵਾਸਤੇ ਜੇ ਕੋਈ ਦੇ ਸਕਦਾ ਤੇ ਉਹ ਗੁਰੂ ਕਾ ਸਿੱਖ ਦੇ ਸਕਦਾ ਹੈ। ਤੇ ਆਪਾਂ ਵੇਖਦੇ ਆ ਨਾ ਸੰਸਾਰ ਤੇ ਕਿੱਡੀਆਂ ਕਿੱਡੀਆਂ ਵੱਡੀਆਂ ਆਫਤਾਂ ਆਉਂਦੀਆਂ, ਕਿਧਰੇ ਸੁਨਾਮੀ ਆ ਜਾਂਦੀ ਹੈ, ਕਿਧਰੇ ਜੰਗ ਲੱਗੇ ਹੋਏ ਨੇ, ਤੇ ਗੁਰੂ ਕਾ ਸਿੱਖ ਉੱਥੇ ਵੀ ਪਹੁੰਚਦਾ ਹੈ। ਆਪਣੇ 10 ਨੋਹਾਂ ਦੀ ਕਿਰਤ ਵਿੱਚੋਂ ਕੱਢੀ ਹੋਈ ਮਾਇਆ ਲੈ ਕੇ ਉਹ ਉਹਨਾਂ ਗਰੀਬਾਂ ਦੀ, ਲੋੜਵੰਦਾਂ ਦੀ, ਜਿਨ੍ਹਾਂ ਕੋਲ ਘਰ ਨਹੀਂ, ਜਿਨ੍ਹਾਂ ਦੇ ਪਰਿਵਾਰ ਮਰ ਗਏ ਜੰਗ ਦੇ ਵਿੱਚ, ਘਰ ਉੱਡ ਗਏ ਬੰਬਾਂ ਦੇ ਨਾਲ, ਉਹਨਾਂ ਨੂੰ ਉੱਥੇ ਜਾ ਕੇ ਭੋਜਨ ਦਿੰਦਾ ਪਿਆ। ਤੇ ਅੱਜ ਆਪਾਂ ਵੇਖਦੇ ਪਏ ਹਾਂ ਸਾਰੇ ਹਿੰਦੁਸਤਾਨ ਦੇ ਲੋਕ ਦਿੱਲੀ ਦੀ ਧਰਤੀ ਤੇ ਇਕੱਠੇ ਹੋਏ ਨੇ, ਕਿਸਾਨ ਲੋਕ ਇਕੱਠੇ ਹੋਏ ਨੇ, ਅੰਦੋਲਨ ਕਰਦੇ ਪਏ। ਪਰ ਜੇ ਉਹਨਾਂ ਨੂੰ ਅੰਦੋਲਨ ਦੇ ਨਾਲ ਨਾਲ ਆਪਣੀ ਕਮਾਈ ਦੇ ਵਿੱਚੋਂ ਆਪ ਮਿਹਨਤ ਕਰਕੇ ਉੱਥੇ ਅੰਨ ਇਕੱਠਾ ਕਰਨਾ ਪਵੇ, ਆਪ ਸਾਰਾ ਕੁਝ ਕਰਨਾ ਪਵੇ, ਤੇ ਕਿੱਡਾ ਵੱਡਾ ਉਹਨਾਂ ਦੇ ਉੱਪਰ ਇੱਕ ਜਿਹੜਾ ਹੈ ਪਰਖ ਦੀ ਘੜੀ ਦਾ ਸਮਾਂ ਬਣ ਸਕਦਾ। ਪਰ ਜਿੱਥੇ ਉਹ ਅੰਦੋਲਨ ਕਰਦੇ ਪਏ ਨੇ, ਉੱਥੇ ਬਾਕੀ ਜਿਹੜੇ ਪਰਿਵਾਰ ਨੇ ਉਹ ਉਹਨਾਂ ਦੀ ਮਦਦ ਵਾਸਤੇ ਕੋਈ ਪ੍ਰਸ਼ਾਦੇ ਦਾ ਇੰਤਜ਼ਾਮ ਕਰਦਾ ਪਿਆ, ਕੋਈ ਦੁੱਧ ਦਾ ਇੰਤਜ਼ਾਮ ਕਰਦਾ, ਕੋਈ ਚਾਹ ਦਾ, ਕੋਈ ਦਵਾਈ ਦਾ। ਇਹ ਸਾਨੂੰ ਸਿੱਖਿਆ ਗੁਰੂ ਨਾਨਕ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੀ ਹੈ ਵੀ ਜਿੱਥੇ ਜਿਸ ਚੀਜ਼ ਦੀ ਲੋੜ ਹੈ ਤੂੰ ਆਪਣੇ ਪਰਿਵਾਰ ਨੂੰ ਤੇ ਪਾਲਦਾ ਪਿਆ, ਦੂਜੇ ਦੀ ਲੋੜ ਵੀ ਉੱਥੇ ਪੂਰੀ ਕਰ, ਤੇ ਤੇਰੇ ਮਨ ਨੂੰ ਸ਼ਾਂਤੀ ਮਿਲੇਗੀ, ਤੇਰੇ ਮਨ ਨੂੰ ਸਕੂਨ ਮਿਲੇਗਾ। ਤੇ ਮਹਾਰਾਜ ਜੀ ਕਹਿਣ ਲੱਗੇ ਇਸ ਚੀਜ਼ ਦਾ ਏਡਾ ਵੱਡਾ ਫਲ ਹੈ, ਏਡਾ ਵੱਡਾ ਪੁੰਨ ਹੈ ਵੀ ਕਿਹਾ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ, ਜਿਹੜਾ ਆਪਣੀ ਕਿਰਤ ਕਮਾਈ ਨੂੰ ਇਸ ਤਰ੍ਹਾਂ ਦੁਨੀਆ ਦੇ ਭਲੇ ਵਾਸਤੇ ਵਰਤਦਾ ਹੈ। ਚਿਰੰਕਾਲ ਸੁਖ ਪਾਏ ਵਡੇਰਾ। ਤੇ ਉਹ ਫਿਰ ਲੰਮਾ ਸਮਾਂ ਸੁਖ ਪਾਉਂਦਾ ਹੈ ਕਿ ਦਾਨ ਪੁੰਨ ਦਾ ਫਲ ਉਸ ਨੂੰ ਵੱਡਾ ਮਿਲਦਾ ਹੈ। ਇਸੀ ਪੁੰਨ ਕੇ ਫਲ ਚਾਹ ਦੇਖਾਂ। ਪਰ ਹੁਣ ਸਾਨੂੰ ਪੂਰੀ ਸਮਝ ਨਹੀਂ ਆਵੇਗੀ ਵੀ ਜਿਹੜਾ ਅਸੀਂ ਕਿਸੇ ਵਾਸਤੇ ਪਰਉਪਕਾਰ ਕਰਦੇ ਹਾਂ, ਮਦਦ ਕਰਦੇ ਹਾਂ, ਉਹਦਾ ਫਲ ਕੀ ਹੈ। ਮਹਾਰਾਜ ਕਹਿੰਦੇ ਤੁਹਾਨੂੰ ਇੱਕ ਛੋਟੀ ਜੀ ਉਦਾਹਰਨ ਦਿੰਦੇ ਆ।
ਸਮਝਣ ਵਾਸਤੇ ਵੀ ਚੰਗੀ ਤਰ੍ਹਾਂ ਸਮਝ ਆ ਜਾਵੇ ਵੀ ਜਿਹੜਾ ਦੂਜਿਆਂ ਦੀ ਮਦਦ ਕਰਦਾ ਉਹਨੂੰ ਕੀ ਮਿਲਦਾ। ਕਹਿਣ ਲੱਗੇ ਉਹ ਤੁਹਾਨੂੰ ਦੱਸਦੇ ਹਾਂ। ਬਸਤਰ ਅਸ਼ਾਦ ਸਰੀਰਾ ਸ਼ੇਖਾ। ਕਹਿਣ ਲੱਗੇ ਵੀ ਜੇ ਕੋਈ ਬੰਦਾ ਆਪਣੇ ਸਰੀਰ ਦੇ ਉੱਪਰ ਕੱਪੜਾ ਲੈ ਕੇ ਕੱਪੜੇ ਦੇ ਵਿੱਚ ਪੈ ਕੇ ਔਡੋ ਜਾਨ ਲਿਓ ਇਸ ਕਾਲ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪਏ ਪੀਰ ਨੂੰ, ਕਹਿੰਦੇ ਪੀਰ ਜੀ ਗੱਲਾਂ ਦਾ ਤੁਹਾਨੂੰ ਬਹੁਤੀ ਸਮਝ ਨਹੀਂ ਆਉਣੀ, ਤੁਸੀਂ ਆਖਣਾ ਵੀ ਗੁਰੂ ਤੇ ਐਵੇਂ ਕਹੀ ਜਾਂਦਾ, ਪਰ ਤੈਨੂੰ ਅਸੀਂ ਵਿਖਾ ਸਕਦੇ ਹਾਂ ਜੇ ਵੇਖਣਾ ਚਾਹਣਾ। ਇੱਕ ਚਾਦਰ ਲੈ ਕੇ ਆਪਣੇ ਸਰੀਰ ਤੇ ਲੰਮੇ ਪੈ ਜਾ, ਧਰਤੀ ਤੇ ਲੰਮੇ ਪੈ ਜਾ, ਅੱਖਾਂ ਬੰਦ ਕਰ ਲਾ, ਚਾਦਰ ਦੇ ਨਾਲ ਸਰੀਰ ਢੱਕ। ਅਸੀਂ ਤੈਨੂੰ ਵਿਖਾ ਸਕਦੇ ਹਾਂ ਵੀ ਜਿਹੜਾ ਗ੍ਰਸਤੀ ਦੂਜਿਆਂ ਦੀ ਮਦਦ ਕਰਦਾ ਉਹਨੂੰ ਫਲ ਕੀ ਮਿਲਦਾ। ਜੇ ਇਹ ਵੇਖਣਾ ਚਾਹਣਾ ਚਾਦਰ ਲੈ ਕੇ ਲੰਮੇ ਪੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਤੈਨੂੰ ਦਿਖਾ ਦਿੰਦੇ ਹਾਂ। ਜਿਮ ਇਸ ਤੇ ਸੁਖ ਲੈ ਵਿਸਾਲ। ਤੇ ਜਿਨ੍ਹਾਂ ਲੋਕਾਂ ਨੇ ਇਹ ਕੰਮ ਕਰਕੇ ਆਪਣੇ ਪਰਿਵਾਰ ਨੂੰ ਪਾਲਿਆ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਨਾਲ, ਔਰ ਆਪਣੀ ਕਮਾਈ ਨੂੰ ਬਚਾ ਕੇ ਕਿਸੇ ਗਰੀਬ ਦਾ ਭਲਾ ਕੀਤਾ, ਕਹਿਣ ਲੱਗੇ ਫਿਰ ਤੈਨੂੰ ਉਹਨਾਂ ਦੇ ਜਿਹੜੇ ਸੁੱਖ ਨੇ ਨਾ ਉਹ ਤੈਨੂੰ ਅੱਖੀ ਵਿਖਾ ਦਿੰਦੇ ਆ ਵੀ ਕਿਵੇਂ ਸੁੱਖ ਮਿਲਦੇ ਹਨ। ਸੁਨਤ ਪੀਰ ਚਿਤ ਚਕ੍ਰਿਤ ਹੋਵਾ। ਕਹਿਣ ਲੱਗੇ ਪੀਰ ਨੇ ਸੁਣੇ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤੇ ਮਨ ਵਿੱਚ ਬੜਾ ਹੈਰਾਨ ਹੋਇਆ। ਕਹਿਣ ਲੱਗਾ ਵੀ ਵਿਖਾ ਮੈਨੂੰ ਕਿਵੇਂ ਦੇਣਗੇ, ਮੈਂ ਤੇ ਦੁਨੀਆ ਬੜੀ ਵੇਖੀ ਹੈ, ਬੜੀਆਂ ਥਾਵਾਂ ਤੇ ਤੁਰ ਫਿਰ ਕੇ ਆਇਆ ਹਾਂ, ਮੈਨੂੰ ਦੁਨੀਆ ਦੇ ਬਾਰੇ ਪਤਾ, ਪਰ ਇਹ ਕਹਿੰਦੇ ਤੈਨੂੰ ਵਿਖਾ ਹੀ ਦਿੰਦੇ ਆ, ਕੀ ਵਿਖਾਉਣਗੇ। ਬੜਾ ਹੈਰਾਨ ਹੋਇਆ ਹੈ। ਦੇਖਣ ਚਹਿਤ ਪਰਿਓ ਤਬ ਸੋਵਾ। ਹੁਣ ਕਿਹਦਾ ਮਨ ਨਹੀਂ ਕਰਦਾ ਵੀ ਮੈਨੂੰ ਕੋਈ ਚੀਜ਼ ਨਵੀਂ ਅਤਭੁਤ ਦਿਸੇ ਤੇ ਮੈਂ ਨਾ ਵੇਖਾਂ। ਹਰੇਕ ਦਾ ਜੀ ਕਰਦਾ ਵੀ ਵੇਖਾਂ। ਹੁਣ ਪੀਰ ਨੂੰ ਮੁਕਤ ਦੇ ਵਿੱਚ ਦਿਸਣ ਲੱਗਾ ਤੇ ਕਿਉਂ ਨਹੀਂ ਵੇਖੇਗਾ। ਮਨ ਵਿੱਚ ਵਿਚਾਰਿਆ ਉਹ ਮਨਾ ਘਰੇ ਤੇ ਚਲੇ ਹੀ ਜਾਣਾ, ਅੱਜ ਨਹੀਂ ਤੇ ਕੱਲ ਪਹੁੰਚਾਂਗਾ, ਪਰ ਗੁਰੂ ਜੇ ਤੈਨੂੰ ਕੁਝ ਵਿਖਾਉਣਾ ਚਾਹੁੰਦਾ ਤੇ ਵੇਖਣਾ ਚਾਹੀਦਾ ਹੈ। ਭਇਓ ਸੁਪਨ ਹੋਏ ਗੁਰ ਕੈ ਸੰਗ। ਕਹਿਣ ਲੱਗੇ ਵੀ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦਾ ਬਚਨ ਮੰਨ ਕੇ ਇਹ ਜਿਹੜਾ ਪੀਰ ਹੈ ਨਾ ਚਾਦਰ ਲੈ ਕੇ ਲੰਮੇ ਪੈ ਗਿਆ। ਤੇ ਜਦੋਂ ਲੰਮੇ ਪਿਆ ਤੇ ਇਹਨੂੰ ਸੁਪਨਾ ਆਇਆ। ਕਹਿਣ ਲੱਗੇ ਨੀਂਦ ਵਿੱਚ ਉਸ ਵੇਲੇ ਸੁਪਨਾ ਇਸ ਨੂੰ ਆਇਆ ਹੈ। ਬੜੇ ਬੇਗ ਤੇ ਜਾਏ ਉਤੰਗ। ਤੇ ਕਹਿਣ ਲੱਗੇ ਵੀ ਇਹ ਨਾ ਸੁਪਨੇ ਦੇ ਵਿੱਚ ਇਹਨੂੰ ਇਸ ਤਰ੍ਹਾਂ ਲੱਗਦਾ ਪਿਆ ਵੀ ਜਿਵੇਂ ਮੈਂ ਬੜੀ ਤੇਜ਼ ਰਫ਼ਤਾਰ ਦੇ ਨਾਲ ਉੱਪਰ ਨੂੰ ਜਾਂਦਾ ਪਿਆ, ਜਿਵੇਂ ਕੋਈ ਮਜਾਇਲ ਛੱਡੀਏ ਜਾਂ ਕੋਈ ਰਾਕਟ ਛੱਡੀਏ ਤੇ ਥੱਲੇ ਉਤਾਂਹ ਨੂੰ ਜਾਂਦਾ ਹੈ। ਇਸ ਤਰ੍ਹਾਂ ਲੱਗਦਾ ਵੀ ਮੈਂ ਧਰਤੀ ਤੋਂ ਬਹੁਤ ਜ਼ਿਆਦਾ ਉੱਚਾ ਜਾਂਦਾ ਪਿਆ ਹਾਂ। ਪਹੁੰਚੇ ਸੁਰਗ ਸੁਮੰਦਰ ਸੁੰਦਰ। ਕੀ ਵੇਖਦਾ ਸੁਪਨੇ ਦੇ ਵਿੱਚ ਦੇਖਦਾ ਪਿਆ ਵੀ ਮੈਂ ਸਵਰਗਾਂ ਦੇ ਵਿੱਚ ਪਹੁੰਚ ਗਿਆ ਤੇ ਉੱਥੇ ਬੜੇ ਸੋਹਣੇ ਘਰ ਬਣੇ ਹੋਏ ਹਨ। ਭੋਗ ਆਨੰਦ ਮਹਾਜਨ ਅੰਦਰ। ਉਹਨਾਂ ਕਮਰਿਆਂ ਦੇ ਵਿੱਚ ਸਵਰਗਾਂ ਦੇ ਵਿੱਚ ਬੜੇ ਬੜੇ ਸੁੰਦਰ ਭੋਗ ਜਿਹੜੇ ਨੇ ਉਹ ਪ੍ਰਾਪਤ ਹੋ ਰਹੇ ਹਨ। ਅਨਕ ਭਾਂਤ ਕੀ ਰਚਨਾ ਦੇਖੀ। ਸਵਰਗਾਂ ਦੇ ਵਿੱਚ ਬੜੀ ਸੋਹਣੀ ਰਚਨਾ ਇਹ ਪੀਰ ਨੇ ਸੁਪਨੇ ਦੇ ਵਿੱਚ ਵੇਖਦਾ ਪਿਆ। ਮਹਾਰਾਜ ਵਿਖਾਉਂਦੇ ਪਿਆ ਵੀ ਬੜੀ ਸੋਹਣੀ ਰਚਨਾ ਸਵਰਗਾਂ ਦੀ ਰਚੀ ਹੋਈ ਹੈ। ਪੀਰ ਮਤੀ ਬਿਸਮਾਏ ਵਿਸ਼ੇਖੀ। ਤੇ ਪੀਰ ਜਿਹੜਾ ਹੈਰਾਨ ਹੋ ਗਿਆ ਵੀ ਇਹ ਤੇ ਕਦੇ ਮੈਂ ਕੌਤਕ ਵੇਖਿਆ ਨਹੀਂ ਸੀ। ਸੁਪਨੇ ਤੇ ਬੜੇ ਆਏ ਪਰ ਕਦੇ ਸਵਰਗ ਨਹੀਂ ਵੇਖਿਆ ਤੇ ਨਾ ਇਹੋ ਜਿਹਾ ਕਦੇ ਮਹਿਲ ਬਣੇ ਵੇਖੇ ਤੇ ਨਾ ਕਦੇ ਇਹੋ ਜਿਹੇ ਸੁੱਖ ਵੇਖੇ ਹਨ। ਕਿਤਕ ਦੂਰ ਗਮਨਤ ਨੇ ਹੇਰਾ। ਲੱਗੇ ਵੀ ਪੀਰ ਇਸ ਤਰ੍ਹਾਂ ਸਵਰਗਾਂ ਦੇ ਵਿੱਚ ਤੁਰਿਆ ਫਿਰਦਾ ਹੈ ਤੇ ਥੋੜੀ ਦੂਰ ਜਦੋਂ ਚੱਲ ਕੇ ਗਿਆ ਤੇ ਉਸ ਵੇਲੇ ਵੇਖਦਾ ਹੈ ਘਰ ਕੰਚਤ ਕੋ ਜਟਦ ਬਡੇਰਾ। ਕਹਿਣ ਲੱਗੇ ਵੀ ਇੱਕ ਸੋਨੇ ਦਾ ਬਣਿਆ ਹੋਇਆ ਘਰ, ਇੱਕ ਮਹਿਲ ਦਿਸਿਆ ਸਵਰਗਾਂ ਦੇ ਵਿੱਚ ਜਿਹੜਾ ਸੋਨੇ ਦੇ ਵਾਂਗ ਹੀ ਲੱਗਦਾ ਤੇ ਸੋਨੇ ਦੇ ਵਾਰ ਚਮਕਦਾ ਪਿਆ ਜਿਵੇਂ ਮੋਤੀ ਚਮਕਦੇ ਨੇ। ਇਸ ਪੀਰ ਨੇ ਵੇਖਿਆ ਵੀ ਆਹ ਘਰ ਬੜਾ ਸੋਹਣਾ ਬਣਿਆ, ਮਹੱਲ ਬੜਾ ਸੋਹਣਾ ਬਣਿਆ ਤੇ ਚਮਕਦਾ ਪਿਆ। ਕਹਿਣ ਲੱਗੇ ਵੇਖ ਕੇ ਰੇਸ਼ਮ ਡੋਰ ਵਿੱਚ ਲੜਕਾਈ। ਤੇ ਕਹਿਣ ਲੱਗੇ ਮਹਿਲ ਦੇ ਅੰਦਰ ਚਲਾ ਗਿਆ ਤੇ ਰੇਸ਼ਮ ਦੀਆਂ ਡੋਰਾਂ ਬੜੀਆਂ ਸੋਹਣੀਆਂ ਲੜੀਆਂ ਉਸ ਮਕਾਨ ਦੇ ਵਿੱਚ ਲਮਕਾਈਆਂ ਹੋਈਆਂ ਥੱਲੇ ਨੂੰ ਝੂਲਦੀਆਂ ਪਈਆਂ ਹਨ। ਜ਼ਰੀਦਾਰ ਗੁੰਫੇ ਸ਼ਬਸ਼ਾਈ। ਇਹ ਕਹਿਣ ਲੱਗੇ ਜ਼ਰੀਦਾਰ ਬੜੇ ਬੜੇ ਸੋਹਣੇ ਫੁੰਮਣ ਫੁੱਲ ਬਣੇ ਹੋਏ, ਗੁੱਛੇ ਬਣੇ ਹੋਏ ਉਸ ਮਹਿਲ ਦੇ ਵਿੱਚ ਲਟਕਦੇ ਪਏ ਹਨ। ਰੁਚਰ ਪ੍ਰਿਯੰਕ ਸੋਚਾਮੀ ਕਰ। ਮਹਿਲ ਦੇ ਵਿੱਚ ਇੱਕ ਬੜਾ ਸੋਹਣਾ ਸੋਨੇ ਦਾ ਪਲੰਘਾ ਵੇਖਿਆ। ਜਦੋਂ ਮਹਿਲ ਦੇ ਅੰਦਰ ਵੜਿਆ ਨਾ, ਮਹਿਲ ਦੀ ਚਮਕ ਦਮਕ ਤੇ ਦੇਖੀ ਹੈ, ਬੜੀਆਂ ਸੋਹਣੀਆਂ ਲੜੀਆਂ, ਬੜੇ ਸੋਹਣੇ ਗੁੱਛੇ ਪਰੋਏ ਹੋਏ ਲੜਕਦੇ ਹੋਏ ਦਿਸਦੇ ਪਏ। ਪਰ ਇਸੇ ਮਹਿਲ ਦੇ ਵਿੱਚ ਇੱਕ ਬੜਾ ਸੋਹਣਾ ਪਲੰਘਾ ਪਿਆ ਇਸਨੇ ਦੇਖਿਆ ਹੈ। ਚੌਂ ਦਿਸ਼ ਮੁਕਤਾ ਝਾਲਰ ਬਰਕੋ। ਤੇ ਉਸ ਪਲੰਘ ਦੇ ਨਾਲ ਚਾਰ ਸਫੇਰੇ ਕਹਿਣ ਲੱਗੇ ਵੀ ਮੋਤੀਆਂ ਦੀਆਂ ਝਾਲਰਾਂ ਲੱਗੀਆਂ ਹੋਈਆਂ ਹਨ। ਮਰਦੁਲ ਸੇਜ ਪੈ ਫੀਨ ਸਮਾਨਾ। ਕਹਿਣ ਲੱਗੇ ਵੀ ਚਿੱਟੇ ਰੰਗ ਦੀ ਸੇਜਾ ਬਹੁਤ ਸੁੰਦਰ ਤੇ ਇੰਨੀ ਪੋਲੀ ਹੈ ਜਿਵੇਂ ਝੱਗ ਹੁੰਦੀ ਹੈ ਨਾ, ਝੱਗ ਦੇ ਵਾਂਗ ਬੜੀ ਸੁੰਦਰ ਤੇ ਪੋਲੀ ਹੈ। ਆਸਤਰਨ ਸਹਿਜਾ ਉਪਿਆਨਾ। ਤੇ ਉਸ ਸੇਜਾ ਦੇ ਉੱਪਰ ਬੜੀਆਂ ਸੋਹਣੀਆਂ ਚਾਦਰਾਂ ਵਿਛਾਈਆਂ ਹੋਈਆਂ ਤੇ ਬੜਾ ਇੱਕ ਚੰਗਾ ਤਕੀਆ ਸਰਾਣਾ ਜਿਹੜਾ ਨਾ ਢੋ ਲਾਉਣ ਵਾਸਤੇ ਰੱਖਿਆ ਹੋਇਆ ਹੈ। ਇਸ ਪਰ ਬੈਠੇ ਪੁਰਖ ਸੁਹਾਈ। ਉਹਦੇ ਉੱਪਰ ਇੱਕ ਬੰਦਾ ਬੈਠਿਆ ਹੋਇਆ, ਬੜੇ ਨਜ਼ਾਰੇ ਲੈਂਦਾ ਪਿਆ। ਪੀਰ ਵੇਖਦਾ ਪਿਆ ਸੁਪਨੇ ਦੇ ਵਿੱਚ ਵੀ ਸਵਰਗਾਂ ਦੇ ਵਿੱਚ ਇੱਕ ਮਹਿਲ ਹੈ ਤੇ ਮਹਿਲ ਦੇ ਵਿੱਚ ਇੱਕ ਪਲੰਘ ਹੈ ਤੇ ਪਲੰਘ ਦੇ ਉੱਪਰ ਇੱਕ ਵਿਅਕਤੀ ਬੈਠਾ।
ਬੜੀ ਸ਼ਾਨ ਸ਼ੌਕਤ ਦੇ ਨਾਲ, ਬੜੀ ਮੌਜ ਦੇ ਨਾਲ ਬੈਠਾ ਹੋਇਆ ਹੈ। ਚੰਦਰ ਮੁਖੀ ਗਰ ਡੋਰ ਝੁਲਾਈ। ਕਹਿਣ ਲੱਗੇ ਵੀ ਉਹਦੇ ਗਲ ਦੇ ਵਿੱਚ ਚੰਦਰਮੁਖੀ ਤੋਂ ਭਾਵ ਹੈ ਵੀ ਬੜੀਆਂ ਸੋਹਣੀਆਂ ਡੋਰਾਂ ਜਿਹੜੀਆਂ ਨੇ ਉਹ ਗਲ ਵਿੱਚ ਪਾਈਆਂ ਹੋਈਆਂ ਹਨ। ਤਿਸ ਕੋ ਸ਼੍ਰੀ ਗੁਰਬੂਜਨ ਕੀਨਾ। ਤੇ ਕਹਿਣ ਲੱਗੇ ਵੀ ਉਸ ਨੂੰ ਉਸ ਵੇਲੇ ਪੁੱਛਿਆ ਹੈ ਕੋ ਸ਼ੁਭ ਕਰਮ ਦਾਨ ਕੋ ਦੀਨਾ। ਇਸ ਨੂੰ ਪੁੱਛਿਆ, ਜਿਹੜਾ ਬੰਦਾ ਬੈਠਾ ਸੀ ਨਾ ਪਲੰਘੇ ਤੇ, ਉਹਨੂੰ ਪੁੱਛਿਆ ਵੀ ਭਾਈ ਤੂੰ ਇਹੋ ਜਿਹਾ ਕਿਹੜਾ ਦਾਨ ਕਰਕੇ ਆਇਆ? ਇੱਕ ਤੇ ਤੈਨੂੰ ਸਵਰਗ ਮਿਲ ਗਿਆ, ਸਵਰਗਾਂ ਦੇ ਵਿੱਚ ਸੋਨੇ ਦਾ ਮਹਿਲ ਮਿਲ ਗਿਆ, ਸੋਨੇ ਦੇ ਮਹਿਲ ਦੇ ਵਿੱਚ ਸੋਨੇ ਦਾ ਪਲੰਘਾ ਮਿਲ ਗਿਆ, ਉਹਦੇ ਉੱਪਰ ਗੱਦੇ ਬੜੇ ਸੋਹਣੇ ਵਸਾਏ ਹੋਏ, ਬੜੀਆਂ ਸੋਹਣੀਆਂ ਲੜੀਆਂ ਲੱਗੀਆਂ ਹੋਈਆਂ, ਤੇ ਤੂੰ ਉਹਦੇ ਉੱਪਰ ਬੈਠਾ ਮੌਜਾਂ ਕਰਦਾ ਪਿਆ। ਇਹੋ ਜਿਹਾ ਕਿਹੜਾ ਤੂੰ ਦਾਨ ਕਰਕੇ ਆਇਆ ਜਿਹੜੇ ਤੈਨੂੰ ਇੰਨੇ ਨਜ਼ਾਰੇ ਮਿਲਦੇ ਪਏ? ਕਹਿਣ ਲੱਗੇ ਜਦੋਂ ਉਸ ਵਿਅਕਤੀ ਨੂੰ ਪਲੰਘੇ ਤੇ ਬੈਠੇ ਨੂੰ ਪੁੱਛਿਆ ਹੈ ਜਿਸ ਤੇ ਆਸ ਸੁਖ ਪ੍ਰਾਪਤ ਭਇਓ। ਇਹੋ ਜਿਹੇ ਸੁੱਖ ਕਿਹੜਾ ਕੰਮ ਕਰੀਏ ਵੀ ਜਿਹੜੇ ਮਿਲਦੇ ਨੇ? ਹੁਣ ਜੇ ਆਪਾਂ ਕਿਸੇ ਨੂੰ ਸੁਖੀ ਵੇਖਾਂਗੇ ਤੇ ਮਨ ਤੇ ਕਰਦਾ ਨਾ ਵੀ ਮੈਨੂੰ ਵੀ ਇਹੋ ਜਿਹਾ ਸੁੱਖ ਮਿਲੇ। ਹੁਣ ਇਹ ਪੀਰ ਨੇ ਪੁੱਛਿਆ, ਕਹਿਣ ਲੱਗਾ ਵੀ ਇਹੋ ਜਿਹਾ ਕਿਹੜਾ ਤੂੰ ਦੁਨੀਆ ਤੇ ਦਾਨ ਜਾਂ ਪੁੰਨ ਕਰਕੇ ਆਇਆ? ਕਿਹੜਾ ਤੂੰ ਭਲਾ ਕਰਮ ਕਰਕੇ ਆਇਆ ਵੀ ਸਵਰਗਾਂ ਦੇ ਵਿੱਚ ਤੇਰੇ ਵਾਸਤੇ ਪਲੰਘੇ ਲੱਗੇ ਹੋਏ ਤੇ ਤੂੰ ਉਹਨਾਂ ਤੇ ਬੈਠ ਕੇ ਆਰਾਮ ਕਰਦਾ ਹੈ? ਸੋ ਤੁਮ ਕਹੋ ਜਥਾਬਿਦ ਕਹਿਓ। ਤੇ ਉਹ ਦੱਸ ਮੈਨੂੰ ਵੀ ਤੂੰ ਕੀ ਕਰਕੇ ਆਇਆ, ਤਾਂ ਕਿ ਹੋ ਸਕਦਾ ਮੈਂ ਵੀ ਉਹ ਕੰਮ ਕਰਾਂ ਤੇ ਮੈਨੂੰ ਵੀ ਤੇਰੇ ਵਾਲਾ ਸੁੱਖ ਮਿਲੇ। ਜੇ ਸਾਡਾ ਕਿਤੇ ਭਲਾ ਹੋ ਜਾਵੇ ਨਾ, ਕਿਸੇ ਵੈਦ ਹਕੀਮ ਕੋਲ ਸਾਨੂੰ ਆਰਾਮ ਆ ਜਾਏ, ਤੇ ਅਸੀਂ 50 ਜਾਣਿਆਂ ਨੂੰ ਦੱਸੀਦਾ ਜਾਂ ਪੁੱਛੀਦਾ ਵੀ ਤੂੰ ਜਿੱਥੋਂ ਠੀਕ ਹੋਇਆ ਮੈਨੂੰ ਵੀ ਟਿਕਾਣਾ ਦੱਸ। ਹੁਣ ਕਹਿਣ ਲੱਗੇ ਵੀ ਪੀਰ ਨੇ ਉਹਦੇ ਸੁੱਖ ਵੇਖੇ ਵੀ ਇਹ ਬੜੇ ਆਰਾਮ ਦੇ ਨਾਲ ਸਵਰਗਾਂ 'ਚ ਬੈਠਾ ਹੋਇਆ, ਤੇ ਉਹਨੂੰ ਪੁੱਛ ਹੀ ਲਿਆ ਵੀ ਤੂੰ ਇਹੋ ਜਿਹਾ ਕਿਹੜਾ ਕਰਮ ਕਰਕੇ ਆਇਆ ਇੰਨੇ ਸੁੱਖ ਲੈਂਦਾ ਪਿਆ? ਮੈਨੂੰ ਵੀ ਦੱਸ, ਮੈਂ ਵੀ ਇਹੋ ਜਿਹੇ ਸੁੱਖ ਲੈਣਾ ਕਰਾਂ। ਸੁਨਤ ਪੁਰਖ ਨੇ ਕਰ ਉਰ ਗਿਆਤ। ਉਹ ਜਿਹੜਾ ਬੰਦਾ ਪਲੰਘੇ ਤੇ ਬੈਠਾ ਸੀ ਨਾ ਸਵਰਗਾਂ ਦੇ ਅੰਦਰ, ਉਹਨੇ ਫਿਰ ਉਹ ਵੇਲਾ ਯਾਦ ਕੀਤਾ, ਸਮਾਂ ਯਾਦ ਕੀਤਾ, ਤੇ ਯਾਦ ਕਰਕੇ ਫਿਰ ਆਪਣੋ ਉਚਰਤ ਭਇਓ ਬਿਰਤਾਂਤ। ਕਹਿਣ ਲੱਗਾ ਵੀ ਲੈ ਫਿਰ ਮੈਂ ਤੈਨੂੰ ਆਪਣਾ ਉਹ ਕਹਾਣੀ ਸੁਣਾਉਂਦਾ, ਉਹ ਗੱਲ ਸੁਣਾਉਂਦਾ ਜਿਹਦੇ ਕਰਕੇ ਮੈਨੂੰ ਸੁੱਖ ਮਿਲਿਆ ਹੈ। ਮੈਂ ਯਾਦ ਕਰਕੇ ਉਹ ਸਾਰੀ ਘਟਨਾ ਤੈਨੂੰ ਸੁਣਾਵਾਂਗਾ ਵੀ ਮੈਨੂੰ ਇਹ ਸੁੱਖ ਮਿਲਿਆ ਕਿਉਂ ਹੈ। ਜਿਵੇਂ ਮਿਲਿਆ ਮੈਂ ਤੈਨੂੰ ਦੱਸਣ ਲੱਗਾ ਹਾਂ। ਪੂਰਬ ਜਨਮ ਸ਼ੇਰ ਕੋ ਮੇਰਾ। ਕਹਿਣ ਲੱਗੇ ਪੀਰ ਬੈਠ ਗਿਆ ਕੋਲ ਵੀ ਮੈਂ ਤੇ ਇਹੋ ਹੀ ਪੁੱਛਣ ਵਾਸਤੇ ਆਇਆ, ਜੇ ਤੂੰ ਦੱਸ ਦੇਵੇਂ ਤੇ ਬੜੀ ਭਲੇ ਦੀ ਗੱਲ ਹੈ, ਬੜੀ ਚੰਗੀ ਗੱਲ ਹੈ। ਤੇ ਬੰਦੇ ਨੇ ਗੱਲ ਸ਼ੁਰੂ ਕੀਤੀ, ਕਹਿਣ ਲੱਗਾ ਵੀ ਇਸ ਤੋਂ ਪਹਿਲਾ ਜਨਮ, ਆ ਸਵਰਗਾਂ ਤੇ ਆਉਣ ਤੋਂ ਪਹਿਲਾਂ ਮੈਨੂੰ ਪ੍ਰਮਾਤਮਾ ਨੇ ਸ਼ੇਰ ਦਾ ਜਨਮ ਦਿੱਤਾ ਸੀ। ਮੈਂ ਸ਼ੇਰ ਦੀ ਜੂਨੀ ਵਿੱਚ ਪਿਆ ਹੋਇਆ, ਸ਼ੇਰ ਦੇ ਜਨਮ ਦੇ ਵਿੱਚ ਮੈਂ ਦੁਨੀਆ ਤੇ ਰਹਿੰਦਾ ਹਾਂ। ਜੂਨ ਤਾਮਸੀ ਅਗੀ ਵਡੇਰਾ। ਪਰ ਮੇਰੀ ਜੂਨ ਸੀ ਤਾਮਸੀ ਜੂਨ ਸੀ, ਤੇ ਮੈਂ ਬੜੇ ਪਾਪ ਕਰਦਾ, ਕਿਉਂਕਿ ਸ਼ੇਰ ਨੇ ਭਲਾ ਥੋੜੀ ਕਰਨਾ। ਜਦੋਂ ਵੀ ਕਿਸੇ ਨੂੰ ਵੇਖੇਗਾ ਸ਼ੇਰ ਦਾ ਕੰਮ ਹੈ ਮਾਰ ਦੇਣਾ, ਕਿਉਂਕਿ ਉਹਦਾ ਭੋਜਨ ਮਾਸ ਹੈ, ਤੇ ਮਾਸ ਖਾਣ ਵਾਸਤੇ ਮਾਸਾਹਾਰੀ ਉਹਨੂੰ ਬੰਨਣਾ ਪਵੇਗਾ। ਕਹਿਣ ਲੱਗਾ ਤਾਮਸੀ ਜੂਨ ਸੀ ਤੇ ਮੈਂ ਪਾਪ ਬੜੇ ਕੀਤੇ, ਬੜੇ ਜੀਵਾਂ ਨੂੰ ਮਾਰ ਮਾਰ ਕੇ ਖਾਧਾ ਹੈ। ਇੱਕ ਸਥਾਨ ਕਰਤ ਮੈਂ ਬਾਸਾ। ਕਹਿਣ ਲੱਗੇ ਵੀ ਇੱਕ ਮੇਰੀ ਗੁਫਾ ਸੀਗੀ, ਉਸ ਗੁਫਾ ਦੇ ਵਿੱਚ ਤੇ ਮੈਂ ਆਪਣੇ ਘੁਰਨੇ ਦੇ ਵਿੱਚ ਬੈਠਦਾ, ਇੱਕ ਮੇਰਾ ਪੱਕਾ ਟਿਕਾਣਾ ਸੀ, ਉੱਥੇ ਆ ਕੇ ਮੈਂ ਆਪਣਾ ਖਾ ਪੀਣ ਤੋਂ ਮਗਰੋਂ ਆ ਕੇ ਆਪਣਾ ਆਰਾਮ ਕਰਕੇ ਸਮਾਂ ਬਤੀਤ ਕਰਦਾ ਹਾਂ। ਅਲਪ ਮਹੀਰੋ ਤਰੇ ਨਿਵਾਸਾ। ਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਇੱਕ ਛੋਟਾ ਜਿਹਾ ਰੁੱਖ ਹੈ, ਤੇ ਰੁੱਖ ਦੇ ਥੱਲੇ ਮੇਰਾ ਨਿਵਾਸ ਸੀਗਾ। ਜਿੱਥੇ ਮੇਰੀ ਗੁਫਾ ਸੀ, ਮੇਰਾ ਘੁਰਨਾ ਸੀ, ਉਹਦੇ ਉੱਪਰ ਇੱਕ ਛੋਟਾ ਜਿਹਾ ਰੁੱਖ ਸੀ, ਥੱਲੇ ਮੈਂ ਆਪਣਾ ਘੁਰਨਾ ਬਣਾ ਕੇ ਤੇ ਉਹਦੇ ਵਿੱਚ ਰਿਹਾ ਕਰਦਾ ਹਾਂ। ਜਿਹੜਾ ਹੀਸ ਕੋ ਸੰਗਨ ਘਨੋ। ਕਹਿਣ ਲੱਗੇ ਵੀ ਇਹ ਜਿਹੜਾ ਜੰਗਲ ਸੀ ਬਹੁਤ ਜ਼ਿਆਦਾ ਸੰਘਣਾ ਹੈ, ਤੇ ਬੜੇ ਇਹਦੇ ਵਿੱਚ ਸੰਘਣੀ ਵਸੋਂ ਹੈ, ਬੜੇ ਜ਼ਿਆਦੇ ਕਾਂਟੇਦਾਰ ਵੇਲਾਂਦਾਰ ਇਹਦੇ ਵਿੱਚ ਰੁੱਖ ਤੇ ਬੂਟੀਆਂ ਹਨ। ਮਾਨੁਖ ਸਦਨ ਬਣਾਇਓ ਮਨੋ। ਮੰਨ ਲਓ ਵੀ ਜਿਵੇਂ ਬੰਦੇ ਨੇ ਘਰ ਬਣਾਇਆ ਹੁੰਦਾ ਨਾ, ਕਹਿੰਦਾ ਵੀ ਮੇਰਾ ਘਰ ਇਸੇ ਤਰ੍ਹਾਂ ਦਾ ਸੀ। ਰੱਬ ਵੱਲੋਂ ਉੱਥੇ ਬੜੀਆਂ ਸੋਹਣੀਆਂ ਵੇਲਾਂ ਸਨ, ਕੰਡੇਦਾਰ ਬੜੇ ਸੋਹਣੇ ਰੁੱਖ ਸਨ, ਨੀਵੇਂ ਨੀਵੇਂ ਥੱਲੇ ਨੂੰ ਡਿੱਗੇ ਹੋਏ, ਤੇ ਉਹਨਾਂ ਦੇ ਥੱਲੇ ਮੈਂ ਆਪਣਾ ਘੁਰਨਾ ਬਣਾ ਕੇ ਰਹਿੰਦਾ ਹਾਂ। ਪਾਣੀ ਪਾਉਣ ਸ਼ੁਭੈ ਨ ਜਹਾਂ। ਭਾਵੇਂ ਜਿੰਨੀ ਮਰਜ਼ੀ ਠੰਡੀ ਹਵਾ ਚੱਲੇ, ਮੇਰੀ ਗੁਫਾ ਦੇ ਵਿੱਚ ਮੇਰੇ ਘੁਰਨੇ ਦੇ ਵਿੱਚ ਕਦੇ ਠੰਡੀ ਹਵਾ ਨਹੀਂ ਸੀ ਲੱਗੀ। ਮੈਂ ਠੰਡ ਦੇ ਵਿੱਚ ਬੜੇ ਆਰਾਮ ਦੇ ਨਾਲ ਰਹਿੰਦਾ, ਤੇ ਭਾਵੇਂ ਜਿੰਨਾ ਮਰਜ਼ੀ ਮੀਂਹ ਪੈਂਦਾ ਰਵੇ ਸਾਉਣ ਦੇ ਮਹੀਨੇ ਵਿੱਚ, ਕਦੇ ਮੇਰੀ ਗੁਫਾ ਦੇ ਵਿੱਚ ਮੇਰੇ ਘੁਰਨੇ ਦੇ ਵਿੱਚ ਮੀਂਹ ਦਾ ਪਾਣੀ ਨਹੀਂ ਸੀ ਗਿਆ। ਇਹੋ ਜਿਹੇ ਟਿਕਾਣੇ ਦੇ ਉੱਪਰ ਮੈਂ ਆਪਣੀ ਜਗ੍ਹਾ ਬਣਾ ਕੇ ਰਹਿੰਦਾ ਹਾਂ। ਨਿਸਮੈ ਬਸੋ ਜਾਏ ਕਰਤ ਹਾਂ। ਤੇ ਰਾਤ ਨੂੰ ਮੈਂ, ਦਿਨੇ ਮੈਂ ਸ਼ਿਕਾਰ ਕਰਦਾ। ਇਹ ਦੱਸਦਾ ਪਿਆ ਵਿਅਕਤੀ ਜਿਹੜਾ ਸਵਰਗਾਂ ਦੇ ਨਜ਼ਾਰੇ ਲੈ ਰਿਹਾ ਸੀ। ਕਹਿਣ ਲੱਗਾ ਵੀ ਦਿਨੇ ਤੇ ਮੈਂ ਕਰਦਾ ਸ਼ਿਕਾਰ, ਤੇ ਖਾ ਪੀ ਕੇ ਜਦੋਂ ਮੈਂ ਰੱਜ ਜਾਂਦਾ ਤੇ ਰਾਤ ਨੂੰ ਮੈਂ ਆਪਣੀ ਗੁਫਾ 'ਚ ਚਲੇ ਜਾਂਦਾ, ਉੱਥੇ ਜਾ ਕੇ ਮੈਂ ਆਰਾਮ ਕਰਦਾ। ਇਹ ਮੇਰਾ ਰੋਜ਼ ਦਾ ਉਸ ਵੇਲੇ ਦਾ ਟਾਈਮ ਟੇਬਲ ਹੈ। ਇੱਕ ਦਿਵਸ ਮੈਂ ਗਮਨਿਓ ਬਾਹਰ। ਕਹਿਣ ਲੱਗੇ ਵੀ ਇੱਕ ਦਿਨ ਕੀ ਹੋਇਆ ਵੀ ਰੋਜ਼ ਦੇ ਵਾਂਗ ਮੈਨੂੰ ਭੁੱਖ ਲੱਗੀ, ਮੈਂ ਸਵੇਰੇ ਉੱਠਿਆ
ਤੇ ਮੈਂ ਆਪਣਾ ਸ਼ਿਕਾਰ ਲੱਭਣ ਵਾਸਤੇ ਆਪਣੀ ਗੁਫਾ ਤੋਂ ਬਾਹਰ ਨਿਕਲ ਕੇ ਚੱਲਿਆ ਹਾਂ। ਹਿਤ ਆਹਾਰ ਜੀਵਨ ਹਤ ਜ਼ਾਹਰ। ਕਿਉਂਕਿ ਮੈਨੂੰ ਭੁੱਖ ਲੱਗੀ ਹੈ ਤੇ ਮੇਰੀ ਭੁੱਖ ਮਿਟਣੀ ਹੈ ਕਿਸੇ ਜੀਵ ਦੇ ਮਾਸ ਦੇ ਨਾਲ, ਤੇ ਕਰਨਾ ਮੈਂ ਪਾਪ। ਮੈਂ ਤੁਰ ਪਿਆ ਆਪਣੀ ਗੁਫਾ ਤੋਂ ਬਾਹਰ ਦੇਖਦਾ ਹੋਇਆ ਤੇ ਭੋਜਨ ਖਾਣ ਵਾਸਤੇ, ਮਾਸ ਲੈਣ ਵਾਸਤੇ। ਵਿਚਰਤ ਬਨ ਮੈਂ ਮਿਰਗ ਕੋ ਮਾਰਿਓ। ਕਹਿਣ ਲੱਗੇ ਵੀ ਮੈਂ ਜੰਗਲ ਦੇ ਵਿੱਚ ਲੁਕਦਿਆਂ ਉੱਥੇ ਪਹੁੰਚ ਗਿਆ ਜਿੱਥੇ ਹਿਰਨਾਂ ਦਾ ਬੜਾ ਵੱਡਾ ਝੁੰਡ ਹੈ, ਤੇ ਮੈਂ ਸ਼ਹਿ ਗਿਆ, ਆਪਣਾ ਮੋਰਚਾ ਲਾ ਕੇ ਬੈਠ ਗਿਆ ਵੀ ਜਦੋਂ ਇਹ ਮੇਰੇ ਵੱਲ ਨੂੰ ਹਿਰਨ ਆਉਣਗੇ ਤੇ ਮੈਂ ਝਪਟ ਮਾਰਾਂਗਾ ਤੇ ਇੱਕ ਨੂੰ ਪਕੜ ਲੈਣਾ। ਇਸੇ ਤਰ੍ਹਾਂ ਹੋਇਆ। ਜਦੋਂ ਕਿੰਨਾ ਸਮਾਂ ਬੈਠਾ ਰਿਹਾ, ਉਹ ਹਿਰਨ ਜਿਹੜੇ ਸਨ ਚਰਦੇ ਮੇਰੇ ਕੋਲ ਆ ਗਏ ਤੇ ਮੈਂ ਝਪਟ ਮਾਰੀ ਤੇ ਇੱਕ ਹਿਰਨ ਨੂੰ ਮੈਂ ਮਾਰ ਦਿੱਤਾ ਹੈ। ਤ੍ਰਿਪਤ ਹੋਏ ਮਗ ਸਦਨ ਸਿਧਾਰਿਓ। ਫਿਰ ਉਹਦਾ ਗਰਮ ਮਾਸ ਖਾਧਾ ਮਾਰ ਕੇ ਉਸ ਹਿਰਨ ਨੂੰ, ਤੇ ਜਦੋਂ ਮੈਂ ਰੱਜ ਗਿਆ ਚੰਗੀ ਤਰ੍ਹਾਂ ਖਾ ਪੀ ਕੇ, ਤੇ ਹੁਣ ਮੈਂ ਸੋਚਿਆ ਵੀ ਆਪਣੀ ਗੁਫਾ ਵਿੱਚ ਜਾਣਾ ਚਾਹੀਦਾ, ਉੱਥੇ ਜਾ ਕੇ ਆਰਾਮ ਫਰਮਾਉਣਾ ਚਾਹੀਦਾ, ਤੇ ਮੈਂ ਖਾ ਪੀ ਕੇ ਆਪਣੇ ਘਰ ਨੂੰ, ਆਪਣੀ ਗੁਫਾ ਨੂੰ ਚੱਲਿਆ ਹਾਂ। ਚਲੀ ਬਾਉ ਘਨ ਕੀ ਘਟ ਆਈ। ਕਹਿੰਦੇ ਵੀ ਇਧਰੋਂ ਮੈਂ ਆਪਣੇ ਘਰ ਨੂੰ ਚੱਲ ਪਿਆ, ਸ਼ੇਰ ਦੱਸਦਾ ਪਿਆ ਵੀ ਮੈਂ ਆਪਣੀ ਗੁਫਾ ਨੂੰ ਚੱਲ ਪਿਆ ਰਹਿਣ ਵਾਸਤੇ। ਉਧਰੋਂ ਬਹੁਤ ਜ਼ਿਆਦੀ ਹਨੇਰੀ ਆ ਗਈ, ਕਾਲੇ ਬੱਦਲ ਆ ਗਏ, ਘਟਾ ਆ ਗਈਆਂ। ਪਰ ਮੇਰਾ ਤੇ ਰੋਜ਼ ਦਾ ਨਿਵਾਸ ਹੀ ਜੰਗਲ ਦਾ, ਮੈਨੂੰ ਕੀ ਫਰਕ ਪੈਣਾ। ਮੈਂ ਹੌਲੀ ਹੌਲੀ ਆਪਣੇ ਰਸਤੇ ਚੱਲਿਆ ਹਾਂ। ਧੂਲ ਉਡੀ ਦ੍ਰਿਸ਼ਟੀ ਤਮਸ਼ਾਈ। ਤੇ ਕਹਿਣ ਲੱਗੇ ਵੀ ਮਿੱਟੀ ਇੰਨੀ ਉੱਡੀ ਹੈ ਵੀ ਅੱਗੋਂ ਰਸਤਾ ਨਹੀਂ ਦਿਸਦਾ, ਰਸਤਾ ਦਿਸਣਾ ਬੰਦ ਹੋ ਗਿਆ ਹੈ। ਪੰਥੀ ਦੋਏ ਤਹਾਂ ਰੁਕ ਗਏ। ਕਹਿਣ ਲੱਗੇ ਵੀ ਉਹ ਜੰਗਲ ਦੇ ਵਿੱਚੋਂ ਦੋ ਸਾਧੂ ਜਾਂਦੇ ਪਏ ਸਨ, ਰੱਬ ਦੀ ਬੰਦਗੀ ਵਾਲੇ, ਬੰਦਗੀ ਕਰਨ ਵਾਲੇ ਕਿਸੇ ਪਾਸੇ ਜਾਂਦੇ ਪਏ ਸਨ। ਤੇ ਜਦੋਂ ਹਨੇਰੀ ਆਈ, ਮਿੱਟੀ ਉੱਡੀ, ਤੇ ਉਹਨਾਂ ਨੇ ਸੋਚਿਆ ਵੀ ਹੁਣ ਅੱਗੇ ਤਾਂ ਰਸਤਾ ਦਿਸਦਾ ਨਹੀਂ। ਉਹ ਉੱਥੇ ਖੜ ਗਏ ਜਿੱਥੇ ਮੇਰੀ ਗੁਫਾ। ਦੋਨੇ ਜਾਣੇ ਉੱਥੇ ਖੜ ਕੇ ਇੰਤਜ਼ਾਰ ਕਰਨ ਲੱਗ ਪਏ ਵੀ ਹਨੇਰੀ ਰੁਕੇਗੀ ਤੇ ਮਿੱਟੀ ਘਟਾ ਬਹਿ ਜਾਏਗਾ ਤੇ ਫਿਰ ਅਸੀਂ ਅੱਗੇ ਚੱਲਾਂਗੇ। ਉਹ ਦੋ ਰਾਹੀ ਜਿਹੜੇ ਸਨ ਉੱਥੇ ਮੇਰੀ ਗੁਫਾ ਦੇ ਕੋਲ, ਮੇਰੇ ਘੁਰਨੇ ਦੇ ਕੋਲ ਖੜ ਗਏ ਹਨ। ਕਿਤੋਂ ਆਸਰੋ ਪਿਖਤ ਨਾ ਭਏ। ਤੇ ਉਹ ਚਾਰ ਚਫੇਰੇ ਵੇਖਣ ਲੱਗ ਪਿਆ ਵੀ ਕੋਈ ਇਹੋ ਜਿਹੀ ਜਗ੍ਹਾ ਲੱਭੀਏ ਵੀ ਜਿੱਥੇ ਸਾਨੂੰ ਆਸਰਾ ਮਿਲ ਜਾਵੇ, ਇਹ ਮਿੱਟੀ ਤੋਂ ਬਚ ਜਾਈਏ, ਮੀਂਹ ਤੋਂ ਬਚ ਜਾਈਏ। ਚਾਰ ਚਫੇਰੇ ਦੇਖਦੇ ਪਏ ਹਨ। ਇਤ ਉਤ ਵਿਚਰਤ ਜੋ ਘਰ ਮੇਰਾ। ਕਹਿਣ ਲੱਗੇ ਵੀ ਜਦੋਂ ਉਹਨਾਂ ਦੋਵਾਂ ਬੰਦਿਆਂ ਨੇ ਲੱਭਿਆ ਨਾ ਟਿਕਾਣਾ, ਇੱਧਰ ਉੱਧਰ ਸੱਜੇ ਗਏ, ਖੱਬੇ ਗਏ, ਅੱਗੇ ਪਿੱਛੇ ਗਏ, ਉਹਨਾਂ ਨੇ ਚਾਰ ਚਫੇਰੇ ਵੇਖਿਆ। ਵੇਖਣ ਤੋਂ ਮਗਰੋਂ ਜਗ੍ਹਾ ਤੇ ਕੋਈ ਨਹੀਂ ਲੱਭੀ, ਪਰ ਇੱਕ ਜਗ੍ਹਾ ਲੱਭੀ ਹੈ ਜਿਹੜਾ ਮੇਰਾ ਘਰ ਸੀ, ਮੇਰਾ ਘੁਰਨਾ ਉਹਨਾਂ ਨੂੰ ਲੱਭ ਗਿਆ, ਜਿੱਥੇ ਮੈਂ ਬੈਠਦਾ ਸੀ, ਮਿੱਟੀ ਤੋਂ ਹਨੇਰੀ ਤੋਂ ਬਚਦਾ ਸੀ, ਮੀਂਹ ਤੋਂ ਬਚਦਾ ਸੀ। ਉਹ ਮੇਰਾ ਘੁਰਨਾ ਉਹਨਾਂ ਨੂੰ ਦਿਖਾਈ ਦਿੱਤਾ। ਉਹ ਜਿਹੜੇ ਦੋ ਵਿਅਕਤੀ ਜੰਗਲ ਵਿੱਚ ਭਟਕ ਗਏ ਸਨ। ਦੇਖਿਓ ਕੀ ਨਸ ਦੌਰ ਬਸੇਰਾ। ਤੇ ਉਹਨਾਂ ਨੇ ਸੋਚਿਆ ਵੀ ਆਹ ਬੜਾ ਸੋਹਣਾ ਟਿਕਾਣਾ, ਇੱਥੇ ਅਸੀਂ ਮੀਂਹ ਤੋਂ ਵੀ ਬਚ ਜਾਵਾਂਗੇ ਤੇ ਇੱਥੇ ਅਸੀਂ ਹਨੇਰੀ ਤੋਂ ਵੀ ਬਚ ਜਾਵਾਂਗੇ। ਉਹ ਦੋਨੇ ਜਾਣੇ ਵਿਅਕਤੀ ਜਿਹੜੇ ਸਨ ਦੌੜ ਕੇ ਮੇਰੇ ਘੁਰਨੇ 'ਚ ਵੜ ਗਏ ਵੀ ਆਹ ਟਿਕਾਣਾ ਚੰਗਾ। ਪਰ ਉਹਨਾਂ ਨੂੰ ਪਤਾ ਨਹੀਂ ਵੀ ਇਹ ਸ਼ੇਰ ਦਾ ਘਰ ਹੈ ਤੇ ਅਸੀਂ ਉਹਦੇ ਘਰ ਰਹਿਣ ਲੱਗੇ। ਜੇ ਪਤਾ ਲੱਗ ਜਾਂਦਾ ਤੇ ਕਿਉਂ ਖੜਦੇ। ਉਹਨਾਂ ਨੇ ਭੱਜ ਕੇ ਮੇਰੇ ਘਰ ਦੇ ਵਿੱਚ, ਮੇਰੇ ਘੁਰਨੇ ਦੇ ਵਿੱਚ ਟਿਕਾਣਾ ਕੀਤਾ ਹੈ। ਪਰ ਅਲੰਬ ਨਹੀਂ ਢਿੱਗ ਕੋਈ। ਕਿਉਂਕਿ ਉਹਨਾਂ ਦੇ ਕੋਲ ਕੋਈ ਹੋਰ ਆਸਰਾ ਨਹੀਂ ਸੀ। ਜੇ ਆਸਰਾ ਹੁੰਦਾ ਤੇ ਉਹ ਮੇਰੇ ਘੁਰਨੇ ਵਿੱਚ ਕਿਉਂ ਜਾਂਦੇ। ਜੇ ਕੋਈ ਹੋਰ ਉਹਨਾਂ ਦੀ ਮਦਦ ਹੋ ਜਾਂਦੀ ਤੇ ਕਿਉਂ ਉੱਥੇ ਠਹਿਰਦੇ। ਹੋਰ ਕੋਈ ਚਾਰਾ ਨਹੀਂ ਚੱਲਿਆ ਤੇ ਉਹ ਮੇਰੇ ਘੁਰਨੇ ਵਿੱਚ ਜਾ ਕੇ ਬੈਠੇ ਹਨ। ਕਰਕਾ ਕੀ ਬਰਖਾ ਬੋ ਜੋਈ। ਇੰਨੇ ਚਿਰ ਨੂੰ ਕਹਿਣ ਲੱਗੇ, ਕਰਕਾ ਨਾਮ ਹੈ ਗੜਿਆਂ ਦਾ, ਜਿਹਨੂੰ ਆਪਾਂ ਔਲੇ ਵੀ ਕਹਿ ਦਿੰਦੇ। ਕਹਿਣ ਲੱਗੇ ਵੀ ਮੋਟੇ ਮੋਟੇ ਗੜੇ, ਔਲੇ ਜਿਹੜੇ ਨੇ ਬਰਫ਼ ਦੇ ਟੁਕੜੇ ਅਸਮਾਨ ਤੋਂ ਡਿੱਗਣ ਲੱਗ ਪਏ। ਬਹੁਤ ਜ਼ਿਆਦੀ ਵਰਖਾ ਹੋਈ ਹੈ। ਬੈਠ ਤੈਨੂੰ ਨੇ ਜਾਣੀ ਹੋਰ। ਤੇ ਉਹ ਬੈਠ ਗਿਆ ਮੇਰੇ ਘੁਰਨੇ ਦੇ ਵਿੱਚ ਤੇ ਵੇਖਣ ਲੱਗ ਪਿਆ ਬਾਹਰ ਨੂੰ ਧੌਣ ਕੱਢ ਕੇ। ਜਦੋਂ ਵੇਖਿਆ ਵੀ ਬਾਹਰ ਤੇ ਮੀਂਹ ਬੜਾ ਮੋਟਾ ਪੈਂਦਾ ਪਿਆ, ਗੜਿਆਂ ਦੀ ਵਰਖਾ ਹੁੰਦੀ ਪਈ ਹੈ, ਐਸੀ ਠੰਡ ਔਰ ਐਸਾ ਸਮਾਂ ਵੇਖ ਕੇ ਇਹ ਸਥਾਨ ਬਾਸੋ ਬੜ ਸ਼ੇਰ। ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜਾ ਥਾਂ ਹੈ ਨਾ, ਇਹ ਤੇ ਸ਼ੇਰ ਦਾ। ਉਹਨਾਂ ਨੇ ਪੰਜੇ ਲੱਗੇ, ਪੈਰ ਲੱਗੇ ਵੇਖ ਲੈ ਸ਼ੇਰ ਦੇ, ਤੇ ਸੋਚਦੇ ਵੀ ਅਸੀਂ ਤੇ ਸ਼ੇਰ ਦੀ ਗੁਫਾ ਦੇ ਵਿੱਚ ਆ ਗਏ, ਵੀ ਇਹ ਤੇ ਸ਼ੇਰ ਦਾ ਟਿਕਾਣਾ ਹੈ। ਅਸ ਨਾ ਹੋਏ ਅਬ ਚਲ ਸੋ ਆਵੇ। ਉਹ ਬੰਦੇ ਜਿਹੜੇ ਬੈਠੇ ਸਨ ਦੋ ਜਾਣੇ ਮੇਰੀ ਗੁਫਾ ਦੇ ਵਿੱਚ, ਉਹ ਸੋਚਣ ਲੱਗ ਪਏ ਵੀ ਇਹ ਨਾ ਹੋਵੇ ਆਪਾਂ ਇੱਥੇ ਬਹਿ ਜਾਈਏ ਗੜਿਆਂ ਤੋਂ ਬਚਣ ਵਾਸਤੇ ਤੇ ਉਹਨੇ ਚਿਰ ਨੂੰ ਕਿਤੇ ਸ਼ੇਰ ਆ ਜਾਵੇ ਤੇ ਆਪਾਂ ਨੂੰ ਕਿਤੇ ਸ਼ੇਰ ਹਾਲ ਚਾਲ ਹੀ ਨਾ ਪੁੱਛ ਲਵੇ ਵੀ ਕਿਵੇਂ ਬੈਠੇ ਜੇ, ਤੇ ਮੁੜ ਕੇ ਉਸ ਵੇਲੇ ਸਮਾਂ ਔਖਾ ਬਣ ਸਕਦਾ ਹੈ। ਸਲਾਹਾਂ ਕਰਨ ਲੱਗ ਪਏ, ਕਹਿਣ ਲੱਗੇ ਵੀ ਇਹ ਸ਼ੇਰ ਦਾ ਘਰ ਹੈ ਹਤੈ ਹਮੈ ਦੋਹਨ ਕੋ ਖਾਵੇ। ਤੇ ਉਹ ਸਲਾਹਾਂ ਕਰਦੇ ਪਏ, ਕਹਿੰਦੇ ਵੀ ਜੇ ਸ਼ੇਰ ਆ ਗਿਆ ਤਾਂ ਉਹਨੇ ਆਪਣੀ ਸੇਵਾ ਇਸ ਤਰੀਕੇ ਨਾਲ ਕਰਨੀ ਹੈ ਵੀ ਉਹਨੇ ਆਉਂਦੇ ਹੀ ਆਪਣੇ ਤੇ ਹਮਲਾ ਕਰਨਾ। ਉਹਨੇ ਥੋੜ੍ਹੀ ਵੇਖਣਾ ਵੀ ਇਹ ਰਾਹਗੀਰ ਨੇ ਜਾਂ ਬਾਹਰ ਮੀਂਹ ਪੈਂਦਾ ਪਿਆ, ਹਨੇਰੀ ਆਉਂਦੀ, ਸ਼ੇਰ ਨੂੰ ਇਹਦੇ ਨਾਲ ਕਾਹਦਾ ਮਤਲਬ ਹੈ। ਉਹ ਸਾਡੇ ਤੇ ਹਮਲਾ ਕਰੇਗਾ ਤੇ ਸਾਨੂੰ ਉਹਨੇ ਖਾ ਜਾਣਾ ਹੈ। ਇਸ ਤਰ੍ਹਾਂ ਦੋ ਬੰਦੇ ਉਸ ਗੁਫਾ ਦੇ ਵਿੱਚ ਬੈਠੇ ਗੱਲਾਂ ਕਰਦੇ ਹਨ। ਕਰਕਾ ਬਰਖਤ ਮੈਂ ਤਬ ਆਇਓ। ਕਹਿਣ ਲੱਗਾ, ਸ਼ੇਰ ਦੱਸਦਾ ਪਿਆ ਆਪਣੀ ਇਹ ਸਾਖੀ,
ਕਹਿਣ ਲੱਗਾ ਵੀ ਮੈਂ ਵੀ ਤੁਰਿਆ ਆਉਂਦਾ, ਰਸਤੇ ਦੇ ਵਿੱਚ ਬਿਜਲੀ ਬੜੀ ਕੜਕਦੀ ਪਈ ਆ, ਗੜੇ ਪੈਂਦੇ ਪਏ, ਪਰ ਸ਼ੇਰ ਨੂੰ ਕੀ ਹੈ, ਉਹ ਤੇ ਗਰਮ ਗਰਮ ਮਾਸ ਖਾ ਕੇ ਆਇਆ, ਇਹ ਰੰਦਾ ਉਹਨੂੰ ਕੀ ਲੱਗੇ। ਕਹਿਣ ਲੱਗੇ ਇੰਨੇ ਚਿਰ ਨੂੰ ਚੱਲਦਾ ਚੱਲਦਾ ਮੈਂ ਵੀ ਗੁਫਾ ਦੇ ਕੋਲ ਆ ਗਿਆ ਹਾਂ। ਬੋਲ ਨਰਨ ਕੋ ਢਿਕ ਸੁਣ ਪਾਇਓ। ਤੇ ਜਦੋਂ ਮੈਂ ਆਪਣੀ ਗੁਫਾ ਦੇ ਕੋਲ ਆਇਆ ਤੇ ਉਹਨਾਂ ਬੰਦਿਆਂ ਦੀ ਆਵਾਜ਼ ਮੈਨੂੰ ਸੁਣਾਈ ਦੇਣ ਲੱਗ ਪਈ, ਜਿਹੜੇ ਮੇਰੀ ਗੁਫਾ ਵਿੱਚ ਬੈਠੇ ਸਨ ਤੇ ਆਪਸ ਵਿੱਚ ਗੱਲਾਂ ਕਰਦੇ। ਉਹਨਾਂ ਗੱਲਾਂ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਹੈ। ਜਾਣਿਓ ਮਨੁਜ ਐ ਘਰ ਪਾਇਓ। ਤੇ ਮੈਂ ਜਾਣ ਲਿਆ ਵੀ ਇਹ ਤੇ ਆਵਾਜ਼ ਬੰਦਿਆਂ ਦੀ ਹੈ, ਕਿਉਂਕਿ ਹਰੇਕ ਦੀ ਆਵਾਜ਼ ਵੱਖੋ ਵੱਖਰੀ ਹੈ। ਜਾਨਵਰ ਦਾ ਬੋਲ ਹੋਰ ਹੈ, ਪੰਛੀ ਦਾ ਹੋਰ ਹੈ, ਮਨੁੱਖ ਦਾ ਹੋਰ ਹੈ। ਸ਼ੇਰ ਕਹਿੰਦਾ ਵੀ ਰੱਬ ਵੱਲੋਂ ਮੈਨੂੰ ਸੋਝੀ ਆਈ ਵੀ ਇਹ ਤੇ ਮੇਰੀ ਗੁਫਾ ਵਿੱਚ ਕੋਈ ਦੋ ਰਾਹਗੀਰ ਰਾਹ ਜਾਂਦੇ ਹੋਏ ਵਿਅਕਤੀ ਬੋਲਦੇ ਪਏ ਹਨ। ਆਗੇ ਗਮਨ ਕੀਨ ਤਬ ਨਾਹੀਂ। ਤੇ ਮੈਂ ਉੱਥੇ ਰੁਕ ਗਿਆ। ਉਹਨਾਂ ਦੀ ਆਵਾਜ਼ ਜਦੋਂ ਕੰਨਾਂ ਵਿੱਚ ਪਈ ਮੈਂ ਖੜ ਗਿਆ ਤੇ ਖੜ ਕੇ ਫਿਰ ਉਸ ਵੇਲੇ ਮੇਰੇ ਅਤਿਥੀ ਭਏ ਇਹ ਆਏ। ਤੇ ਮੈਂ ਸੋਚਿਆ ਵੀ ਇਹ ਮੇਰੇ ਘਰ ਵਿੱਚ ਪ੍ਰਾਹੁਣੇ ਆਏ ਨੇ, ਵੀ ਮੇਰਾ ਘਰ ਹੈ, ਗੁਫਾ ਮੇਰੀ ਹੈ, ਘੁਰਨਾ ਮੇਰਾ ਹੈ। ਇਹਨਾਂ ਵਿਚਾਰਿਆਂ ਦੇ ਉੱਪਰ ਪੈ ਗਈ ਮੁਸੀਬਤ ਤੇ ਮੇਰੇ ਘਰ ਵਿੱਚ ਆਏ ਨੇ। ਜੇ ਹੁਣ ਮੈਂ ਇਹਨਾਂ ਤੇ ਹਮਲਾ ਕਰਾਂਗਾ ਤੇ ਇਹਦੇ ਵਰਗਾ ਪਾਪ ਕੋਈ ਨਹੀਂ ਹੈ। ਇਹ ਮੇਰੇ ਘਰੇ ਆਏ ਨੇ, ਮੇਰੇ ਮਹਿਮਾਨ ਹਨ। ਰਹਿਣ ਬਸੇਰਾ ਕਰ ਸੂਖ ਪਾਏ। ਤੇ ਇਹ ਰਾਤ ਨੂੰ ਇੱਥੇ ਰਹਿਣਗੇ ਤੇ ਰਾਤ ਨੂੰ ਇਹ ਮੀਂਹ ਪੈਂਦਾ ਪਿਆ, ਗੜੇ ਪੈਂਦੇ ਪਏ, ਸਵੇਰ ਚੜ੍ਹਦੇ ਨੂੰ ਹਟ ਜਾਣਗੇ ਤੇ ਮੇਰੀ ਗੁਫਾ ਵਿੱਚੋਂ ਨਿਕਲਣਗੇ ਤੇ ਚਲੇ ਜਾਣਗੇ। ਨਾਲੇ ਮੈਂ ਤੇ ਰੱਜਿਆ ਹੋਇਆ ਹਿਰਨ ਦਾ ਮਾਸ ਖਾ ਕੇ, ਹੋਰ ਮੇਰੇ ਕੋਲੋਂ ਖਾਧਾ ਵੀ ਨਹੀਂ ਜਾਣਾ। ਤੇ ਇਹ ਵਿਚਾਰੇ ਮਜਬੂਰ ਨੇ ਜਾਂ ਇਸ ਵੇਲੇ ਲੋੜਵੰਦ ਨੇ ਜਿਹੜੇ ਮੇਰੇ ਘਰ ਦੇ ਵਿੱਚ ਆ ਕੇ ਬੈਠੇ ਹਨ। ਇਸ ਤੇ ਪਰੇ ਧਰਮ ਨਹਿ ਔਰ। ਇਹਦੇ ਤੋਂ ਪਰਾਂ, ਇਹਦੇ ਤੋਂ ਵੱਡਾ ਕੋਈ ਧਰਮ ਨਹੀਂ ਹੈ ਕਿ ਜਿਹੜਾ ਲੋੜਵੰਦ ਤੇਰੇ ਘਰ ਵਿੱਚ ਆ ਗਿਆ, ਜੇ ਤੂੰ ਕਿਤੇ ਉਹਦੀ ਮਦਦ ਕਰ ਦਿੱਤੀ ਤੇ ਤੇਰੇ ਤੇ ਖੁਦਾ ਬੜਾ ਪ੍ਰਸੰਨ ਹੋਵੇਗਾ। ਸ਼ੇਰ ਆਪਣੇ ਮਨ ਵਿੱਚ ਸੋਚਦਾ ਪਿਆ ਵੀ ਜੇ ਮੈਂ ਇਹਨਾਂ ਦੀ ਮਦਦ ਕਰਾਂ, ਇਹਦੇ ਤੋਂ ਵੱਡਾ ਧਰਮ, ਇਹਦੇ ਤੋਂ ਚੰਗਾ ਪੁੰਨ ਵਾਲਾ ਕੰਮ ਨਹੀਂ ਹੈ। ਅਭਿਆਗਤ ਕੋ ਦੇ ਸੁਖ ਠੌਰ। ਤੇ ਅਭਿਆਗਤ ਤੋਂ ਭਾਵ ਹੁੰਦਾ ਲੋੜਵੰਦ। ਜਿਹੜਾ ਬੰਦਾ ਲੋੜਵੰਦ ਦੀ ਲੋੜ ਪੂਰੀ ਕਰਦਾ ਨਾ, ਉਹਦੀ ਦਿੱਤੀ ਹੋਈ ਅਸੀਸ ਜਿਹੜੀ ਹੈ ਉਤਾਰ ਦਿੰਦੀ ਹੈ। ਆਪਾਂ ਬਚਨ ਪੜ੍ਹਦੇ ਆ ਨਾ, ਦੇਹੋ ਸਜਨ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮਿਲ। ਅਸੀਸ ਇਹੋ ਜਿਹੀ ਹੈ ਵੀ ਜੇ ਕਿਸੇ ਦੀ ਅਸੀਸ ਮਿਲ ਗਈ ਤੇ ਰੱਬ ਮਿਲ ਜਾਂਦਾ। ਅਸੀਸ ਏਡੀ ਵੱਡੀ ਹੈ। ਲੋਕ ਪਹਿਲਾਂ ਅਸੀਸਾਂ ਦਿਆ ਕਰਦੇ ਔਰ ਅਸੀਸਾਂ ਲਿਆ ਵੀ ਕਰਦੇ। ਸੋ ਅਸੀਸ ਕੋਈ ਦਿਲੋਂ ਦੇ ਦੇਵੇ ਤੇ ਰੱਬ ਮਿਲ ਜਾਂਦਾ। ਤੇ ਜੇ ਕੋਈ ਦਿਲੋਂ ਅਸੀਸ ਦੇਵੇਗਾ ਤੇ ਦੁਨੀਆ ਦਾ ਪਦਾਰਥ ਕਿਹੜਾ ਜਿਹੜਾ ਨਹੀਂ ਮਿਲੇਗਾ। ਜਿਸ ਦੀ ਅਸੀਸ ਨਾਲ ਰੱਬ ਮਿਲੇ ਤੇ ਫਿਰ ਦੁਨੀਆ ਦਾ ਪਦਾਰਥ ਤੇ ਕੋਈ ਏਡਾ ਵੱਡਾ ਹੈ ਨਹੀਂ ਜਿਹੜਾ ਨਹੀਂ ਮਿਲੇਗਾ। ਅਸੀਸ ਦੇ ਨਾਲ ਰੱਬ ਮਿਲ ਜਾਂਦਾ ਹੈ, ਬਦਸੀਸ ਦੇ ਨਾਲ ਜਨਮ ਭ੍ਰਸ਼ਟ ਹੋ ਜਾਂਦਾ। ਜੇ ਕਿਸੇ ਨੇ ਬਦਸੀਸ ਦੇ ਦਿੱਤੀ ਨਾ, ਦੁਖੀ ਹੋ ਗਏ, ਹਾਏ ਲੱਗ ਗਈ ਕਿਸੇ ਦੀ, ਉਪਚਾਰ ਉਹਦਾ ਵੀ ਕੋਈ ਨਹੀਂ ਹੈ। ਸੋ ਇਹ ਮਨ ਵਿੱਚ ਸੋਚਦਾ ਪਿਆ, ਕਹਿਣ ਲੱਗਾ ਵੀ ਇਹ ਅਭਿਆਗਤ ਨੇ, ਲੋੜਵੰਦ ਨੇ, ਤੇ ਇਸ ਵੇਲੇ ਇਹਨਾਂ ਦੀ ਲੋੜ ਮੇਰਾ ਘਰ ਹੈ। ਤੇ ਜੇ ਮੈਂ ਘਰੋਂ ਕੱਢਾਂ ਤੇ ਇਹਨਾਂ ਦੀ ਬਦਸੀਸ ਲੱਗੇਗੀ, ਬਦ ਦੁਆਵਾਂ ਲੱਗਣਗੀਆਂ। ਤੇ ਜੇ ਮੇਰੇ ਘਰ ਵਿੱਚ ਰਹਿ ਕੇ ਰਾਤ ਇਹਨਾਂ ਨੇ ਕੱਟ ਲਈ ਤੇ ਮੈਨੂੰ ਹੋ ਸਕਦਾ ਅਸੀਸ ਹੀ ਦੇ ਦੇਣ, ਮੇਰੇ ਭਲੇ ਦੀ ਕੋਈ ਗੱਲ ਕਰ ਦੇਣ। ਕਹਿੰਦਾ ਮੈਂ ਇਸ ਤਰ੍ਹਾਂ ਸੋਚਦਾ ਪਿਆ ਹਾਂ। ਪੂਰਵ ਕਿਸੇ ਪੁੰਨ ਤੇ ਮੋਹੀ। ਕਿਉਂਕਿ ਕੋਈ ਹੋ ਸਕਦਾ ਸ਼ੇਰ ਦੇ ਜਨਮ ਤੋਂ ਪਹਿਲਾਂ ਜਿਹੜਾ ਮੇਰਾ ਕੋਈ ਜਨਮ ਸੀ, ਹੋ ਸਕਦਾ ਉਦੋਂ ਕੋਈ ਮੈਂ ਚੰਗਾ ਪੁੰਨ ਕੀਤਾ, ਕੋਈ ਚੰਗਾ ਕਰਮ ਕੀਤਾ ਹੋਵੇ। ਇਸ ਪ੍ਰਕਾਰ ਮਤ ਉਰਮੈ ਹੋਈ। ਤੇ ਮੇਰੀ ਤਾਂ ਮਤ ਉਸ ਵੇਲੇ ਇਦਾਂ ਦੀ ਹੋ ਗਈ। ਹੁਣ ਕਈ ਵਾਰੀ ਸਵਾਲ ਆ ਜਾਂਦਾ ਨਾ ਵੀ ਸ਼ੇਰ ਨੂੰ ਕਿੱਥੋਂ ਸਮਝ ਆ ਗਈ ਇਸ ਗੱਲ ਦੀ ਵੀ ਮੇਰੇ ਘਰੇ ਪ੍ਰਾਹੁਣੇ ਆ ਕੇ ਬੈਠੇ, ਲੋੜਵੰਦ ਬੈਠੇ, ਜਾਂ ਸ਼ੇਰ ਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਬੰਦੇ ਇਸ ਵੇਲੇ ਮੁਸੀਬਤ ਵਿੱਚ ਨੇ। ਸਾਡੇ ਮਨ ਵਿੱਚ ਸਵਾਲ ਆ ਜਾਂਦਾ। ਉਹ ਕਹਿ ਰਿਹਾ ਵੀ ਮੈਂ ਪਿਛਲੇ ਜਨਮ ਦੇ ਵਿੱਚ ਕੋਈ ਕਰਮ ਇਹੋ ਜਿਹਾ ਚੰਗਾ ਕੀਤਾ ਸੀ ਵੀ ਉਹ ਕਰਮ ਮੇਰੇ ਅੱਗੇ ਆ ਗਿਆ। ਉਸ ਕਰਮ ਨੇ ਮੈਨੂੰ ਸੋਝੀ ਦਿੱਤੀ, ਮੈਨੂੰ ਗਿਆਨ ਦਿੱਤਾ ਵੀ ਇਹ ਤੇਰੇ ਘਰ ਵਿੱਚ ਚੱਲ ਕੇ ਆਏ ਨੇ, ਵੇਖੀ ਕਿਤੇ ਇਹਨਾਂ 'ਤੇ ਹਮਲਾ ਨਾ ਕਰ ਦੇਵੇ, ਨਹੀਂ ਤੇ ਇਹਨਾਂ ਦੀ ਬਦਦੁਆ ਬਦਸੀਸ ਤੈਨੂੰ ਲੈ ਬੈਠੇਗੀ। ਕੋਈ ਪਿਛਲੇ ਜਨਮ ਦਾ ਚੰਗਾ ਕਰਮ ਮੇਰੇ ਅੱਗੇ ਆਇਆ ਹੈ। ਖਰੋ ਰਹਿਓ ਮੈਂ ਬਾਹਰ ਤਬੈ। ਤੇ ਇਹ ਸੋਚਣ ਲੱਗ ਪਿਆ ਵੀ ਮੈਂ ਸ਼ੇਰ ਹਾਂ, ਮੈਂ ਭਾਵੇਂ ਉਹਨਾਂ 'ਤੇ ਹਮਲਾ ਨਾ ਕਰਾਂ, ਪਰ ਜੇ ਮੈਂ ਉਹਨਾਂ ਦੇ ਸਾਹਮਣੇ ਵੀ ਹੋ ਗਿਆ ਨਾ, ਉਹਨਾਂ ਨੇ ਡਰ ਜਾਣਾ, ਡਰ ਕੇ ਜਾਂ ਤਾਂ ਭੱਜ ਜਾਣਗੇ ਤੇ ਜਾਂ ਡਰ ਕੇ ਮਰ ਜਾਣਗੇ। ਇਸ ਕਰਕੇ ਮੈਨੂੰ ਉਹਨਾਂ ਦੇ ਕੋਲ ਹੀ ਨਹੀਂ ਜਾਣਾ ਚਾਹੀਦਾ। ਮੈਂ ਪਾਸੇ ਖਲੋ ਗਿਆ ਬਾਹਰ। ਮੇਰੀ ਨਜ਼ਰ ਵਿੱਚ ਤੇ ਉਹ ਸਨ, ਪਰ ਉਹਨਾਂ ਦੀ ਨਜ਼ਰ ਵਿੱਚ ਮੈਂ ਨਹੀਂ। ਮੈਂ ਬਾਹਰ ਖਲੋਤਾ ਰਿਹਾ ਵੀ ਚਲੋ ਮੀਂਹ ਪੈਂਦਾ ਹੈ, ਇਹ ਮੇਰੇ ਘਰ ਵਿੱਚ ਲੋੜਵੰਦ ਆਏ ਨੇ, ਇਹ ਰਾਤ ਬਤੀਤ ਕਰ ਲੈਣਾ। ਔਰੇ ਗਹੇ ਗਾਤ ਪਰ ਸਬੈ। ਤੇ ਕਹਿਣ ਲੱਗੇ ਵੀ ਔਰੇ ਸਹੇ, ਰਾਤ ਨੂੰ ਗੜੇ ਪੈਂਦੇ ਰਹਿ। ਉਹ ਸ਼ੇਰ ਦੀ ਪਿੱਠ ਤੇ ਆ ਕੇ ਬਰਫ਼ ਦੇ ਟੁਕੜੇ ਵੱਜਦੇ ਨੇ, ਪਰ ਕਹਿਣ ਲੱਗਾ ਵੀ ਮੈਂ ਬਰਫ਼ ਦੇ ਟੋਟੇ ਗੜੇ ਤੇ ਆਪਣੇ ਸਰੀਰ ਤੇ ਸਹਾਰ ਲੈ, ਠੰਡ ਤੇ ਆਪਣੇ ਸਰੀਰ ਤੇ ਸਹਾਰ ਲਈ, ਪਰ ਮੈਂ ਉਹਨਾਂ ਲੋੜਵੰਦਾਂ ਨੂੰ ਦੁੱਖ ਨਹੀਂ ਦਿੱਤਾ।
ਤੇ ਕਹਿਣ ਲੱਗੇ ਇਸ ਤਰ੍ਹਾਂ ਉਹ ਲੋੜਵੰਦ ਬੰਦੇ ਮੇਰੀ ਗੁਫਾ ਵਿੱਚ ਹਨ। ਡਰਤ ਸੁਪੰਥੀ ਬਾਸੇ ਘਰ ਮੈਂ ਇਹ ਸੋਚਦਾ ਸੀ ਵੀ ਮੇਰੇ ਘਰ ਦੇ ਵਿੱਚ, ਮੇਰੀ ਗੁਫਾ ਦੇ ਵਿੱਚ ਮੇਰੇ ਟਿਕਾਣੇ ਤੇ ਲੋੜਵੰਦ ਬੰਦੇ ਨੇ, ਇਹ ਕਿਤੇ ਮੈਨੂੰ ਵੇਖ ਕੇ ਡਰ ਨਾ ਜਾਣ, ਕਿਤੇ ਭੱਜ ਨਾ ਜਾਣ। ਮੈਂ ਆਪਣੀ ਗੁਫਾ ਦੇ ਵਿੱਚ ਨਾ ਗਿਆ, ਨਾ ਮੈਂ ਨੇੜੇ ਗਿਆ, ਮੈਂ ਦੂਰ ਖਲੋਤਾ ਹੋਇਆ ਆਪਣਾ ਟਾਈਮ ਕੱਢਦਾ ਪਿਆ ਹਾਂ। ਸੁਖ ਸੋ ਬਿਤੀ ਜਾਮਨੀ ਤਿਨ ਕਹਿਣ ਲੱਗੇ ਵੀ ਇਸ ਤਰ੍ਹਾਂ ਉਹਨਾਂ ਬੰਦਿਆਂ ਦੀ ਜਿਹੜੇ ਮੇਰੇ ਘਰ ਵਿੱਚ ਬੈਠੇ ਸਨ, ਦੋ ਰਾਹੀ, ਦੋ ਸਾਧੂ, ਉਹਨਾਂ ਦੀ ਰਾਤ ਬੜੇ ਸੁੱਖਾਂ ਨਾਲ ਲੰਘੀ। ਉਹਨਾਂ ਨੂੰ ਉੱਥੇ ਠੰਡੀ ਹਵਾ ਨਾ ਲੱਗੀ, ਕੋਈ ਮੀਂਹ ਨਹੀਂ ਪਿਆ, ਕੋਈ ਉਹਨਾਂ 'ਤੇ ਗੜਾ ਨਹੀਂ ਪਿਆ। ਉਹ ਸੁੱਕੇ ਸਾਣੇ ਰਾਤ ਉਹਨਾਂ ਨੇ ਬਤੀਤ ਕੀਤੀ ਹੈ। ਦੇਖਤ ਰਹੇ ਵਹਿਰ ਦਿਸ਼ ਦੋ। ਪਰ ਉਹ ਦੋਵੇਂ ਬੰਦੇ ਜਿਹੜੇ ਗੁਫਾ ਵਿੱਚ ਬੈਠੇ ਸਨ, ਉਹਨਾਂ ਨੇ ਧੌਣ ਆਪਣੀ ਬਾਹਰ ਨੂੰ ਹੀ ਰੱਖੀ ਵੀ ਇੱਧਰੋਂ ਸ਼ੇਰ ਨੇ ਆਉਣਾ, ਜੇ ਇਸ ਪਾਸਿਓਂ ਆਇਆ ਤਾਂ ਆਪਾਂ ਇੱਧਰ ਨੂੰ ਭੱਜਾਂਗੇ, ਇੱਧਰੋਂ ਆਇਆ ਤਾਂ ਆਪਾਂ ਇੱਧਰ ਨੂੰ ਭੱਜਾਂਗੇ। ਉਹ ਵੀ ਆਪਣਾ ਪੂਰਾ ਇੰਤਜ਼ਾਮ ਕਰਕੇ ਬੈਠੇ ਸੀ ਵੀ ਭੱਜ ਕੇ ਰੁੱਖ 'ਤੇ ਹੀ ਚੜ੍ਹਨਾ, ਉੱਦਾਂ ਤਾਂ ਉਹਨੇ ਭੱਜਣ ਨਹੀਂ ਦੇਣਾ। ਤੇ ਵੇਖ ਲੀਆਂ ਲਾਗੇ ਟਾਹਣੀਆਂ ਕਿਹੜੀਆਂ ਨੀਵੀਆਂ ਨੇ, ਟਾਹਣ ਕਿਹੜੇ ਨੀਵੇਂ ਨੇ, ਜੇ ਆ ਵੀ ਗਿਆ ਤੇ ਆਪਾਂ ਭੱਜ ਕੇ ਕਿਸੇ ਰੁੱਖ 'ਤੇ ਚੜਾਂਗੇ। ਉਹ ਜਿਹੜੇ ਗੁਫਾ ਵਿੱਚ ਬੈਠੇ ਸਨ, ਉਹਨਾਂ ਨੇ ਵੀ ਸਾਰੀ ਰਾਤ ਬਾਹਰ ਨੂੰ ਧਿਆਨ ਰੱਖਿਆ ਹੈ। ਮਤ ਕਿਹਰ ਸੰਘਾਰੈ ਕੋ। ਉਹਨਾਂ ਦੇ ਮਨ ਵਿੱਚ ਡਰ ਸੀ ਵੀ ਸ਼ੇਰ ਨੇ ਆ ਕੇ ਕਿਤੇ ਸਾਡਾ ਨਾਸ਼ਤਾ ਹੀ ਨਾ ਕਰ ਲਵੇ, ਸਾਨੂੰ ਮਾਰ ਹੀ ਨਾ ਦੇਵੇ। ਉਹਨਾਂ ਦਾ ਡਰ ਬੜਾ ਸੱਚਾ ਹੈ, ਬੜਾ ਸਹੀ ਹੈ, ਕਿਉਂਕਿ ਸ਼ੇਰ ਨੇ ਆਉਣਾ, ਹਮਲਾ ਤੇ ਉਹਨੇ ਕਰਨਾ ਹੀ ਹੈ। ਉਹਨਾਂ ਡਰਦਿਆਂ ਨੂੰ ਨੀਂਦ ਨਹੀਂ ਆਈ, ਉਹ ਸਾਰੀ ਰਾਤ ਬਾਹਰ ਨੂੰ ਵੇਖਦੇ ਰਹੇ ਹਨ। ਮੈਂ ਮਨ ਧਰਮ ਜਾਣ ਰਹਿ ਹੋ। ਮੇਰੇ ਮਨ ਵਿੱਚ ਉਸ ਵੇਲੇ ਰੱਬ ਨੇ ਗਿਆਨ ਦਿੱਤਾ ਵੀ ਇਹ ਤੇਰਾ ਧਰਮ ਬਣਦਾ ਹੈ, ਤੇਰੇ ਘਰ ਵਿੱਚ ਆਏ ਨੇ, ਉਹਨਾਂ ਦੀ ਰੱਖਿਆ ਕਰ, ਉਹਨਾਂ ਦੀ ਮਦਦ ਕਰ। ਮੈਂ ਇਹ ਧਰਮ ਦਾ ਕੰਮ ਜਾਣ ਕੇ ਮੈਂ ਬਾਹਰ ਖਲੋਤਾ ਰਿਹਾ। ਕੋਈ ਗੱਲ ਨਹੀਂ, ਮੈਂ ਰੋਜ਼ ਗੁਫਾ ਵਿੱਚ ਹੀ ਸੌਂਦਾ ਆ, ਗੁਫਾ ਵਿੱਚ ਹੀ ਬੈਠਦਾ। ਜੇ ਅੱਜ ਰਾਤ ਬਾਹਰ ਵੀ ਰਵਾਂਗਾ ਤੇ ਕੀ ਹੋ ਚੱਲਿਆ, ਇਹ ਜਾਣ ਕੇ ਮੈਂ ਬਾਹਰ ਖੜਾ ਰਿਹਾ ਹਾਂ। ਦੁੱਖ ਬਰਖਾ ਸਭ ਤਨ ਪਰ ਸਹਿਓ। ਪਰ ਮੁਸੀਬਤ ਕਹਿੰਦਾ ਮੇਰੇ 'ਤੇ ਵੀ ਬੜੀ ਆਈ। ਜਦੋਂ ਮੋਟੇ ਮੋਟੇ ਗੜੇ ਆ ਕੇ ਪਿੱਠ 'ਤੇ ਵੱਜਦੇ, ਗੁੱਸਾ ਤੇ ਮੈਨੂੰ ਵੀ ਬੜਾ ਚੜ੍ਹਦਾ, ਪਰ ਮੈਂ ਉਹ ਦੁੱਖ ਸਹਿ ਲਿਆ ਸਰੀਰ 'ਤੇ। ਕੋਈ ਗੱਲ ਨਹੀਂ, ਸਾਰੀ ਰਾਤ ਮੈਂ ਦੁੱਖਾਂ ਦੇ ਵਿੱਚ, ਠੰਡ ਦੇ ਵਿੱਚ, ਬਰਫ਼ ਦੇ ਵਿੱਚ ਆਪਣੀ ਗੁਜ਼ਾਰੀ ਹੈ। ਅਰਧ ਰਾਤ ਲਾ ਬ੍ਰਿਸ਼ਟੀ ਭਈ। ਕਹਿਣ ਲੱਗੇ ਵੀ ਇਸੇ ਤਰ੍ਹਾਂ ਉਹ ਜਿਹੜਾ ਮੌਸਮ ਖਰਾਬ ਹੋਇਆ ਸੀ, ਉਹ ਅੱਜ ਮੌਸਮ ਵੀ ਇੰਨਾ ਲੰਮਾ ਹੋ ਗਿਆ ਵੀ ਅੱਧੀ ਰਾਤ ਤੱਕ ਗੜੇ ਪੈਂਦੇ ਰਹੇ, ਮੀਂਹ ਪੈਂਦਾ ਰਿਹਾ। ਮੈਂ ਵੀ ਸੋਚਦਾ ਰਿਹਾ ਵੀ ਇਹ ਹੁਣ ਗੜੇ ਖਤਮ ਹੋ ਜਾਣ, ਇਹ ਮੀਂਹ ਖਤਮ ਹੋ ਜਾਵੇ, ਮੈਨੂੰ ਚੈਨ ਮਿਲ ਜਾਵੇ। ਪਰ ਰੱਬ ਨੇ ਵੀ ਆਖਿਆ ਵੀ ਅੱਜ ਤੇਰੀ ਪਰਖ ਲੈਣੀ ਹੈ। ਕਹਿਣ ਲੱਗਾ ਵੀ ਅੱਧੀ ਰਾਤ ਤੱਕ ਮੀਂਹ ਤੇ ਗੜੇ ਮੈਂ ਆਪਣੇ ਸਰੀਰ ਦੇ ਉੱਪਰ ਸਹਾਰੇ ਹਨ। ਬਿਨਾ ਆਸਰੇ ਮੈਂ ਸਿਰ ਲਈ। ਤੇ ਮੇਰੇ ਕੋਲ ਵੀ ਕੋਈ ਆਸਰਾ ਨਹੀਂ ਸੀ, ਇੱਕੋ ਹੀ ਗੁਫਾ ਸੀਗੀ। ਗੁਫਾ ਦੇ ਵਿੱਚ ਮੈਂ ਜਾ ਕੇ ਆਪਣਾ ਆਰਾਮ ਕਰਦਾ ਸੀ। ਮੈਂ ਕਿਹੜਾ ਉੱਥੇ ਕੋਈ ਹੋਰ ਵੱਖਰਾ ਮਕਾਨ ਬਣਾਇਆ। ਜੇ ਕੋਈ ਹੋਰ ਟਿਕਾਣਾ ਹੁੰਦਾ ਤਾਂ ਮੈਂ ਉੱਥੇ ਚਲੇ ਜਾਂਦਾ। ਮੇਰੇ ਕੋਲ ਵੀ ਕੋਈ ਆਸਰਾ ਨਹੀਂ, ਇਸ ਕਰਕੇ ਮੈਂ ਬਾਹਰ ਮੀਂਹ ਦੇ ਵਿੱਚ ਭਿੱਜ ਗਿਆ ਹਾਂ। ਪੁਨਹ ਪੌਣ ਗਮਨੀਅਤ ਸੀ। ਤੇ ਰੱਬ ਨੇ ਹੋਰ ਪਰਖ ਕਰਨੀ ਹੈ, ਕਿਉਂਕਿ ਜਦੋਂ ਪਰਖ ਦਾ ਸਮਾਂ ਆਉਂਦਾ ਨਾ, ਬੰਦਾ ਧਰਮ ਕਰਮ ਦੇ ਕੰਮ ਕਰਦਾ, ਫਿਰ ਪਰਖ ਵੀ ਹੁੰਦੀ ਹੈ। ਕਈ ਵਾਰੀ ਆਪਾਂ ਆਖ ਦਿੰਦੇ ਵੀ ਮੈਂ ਤੇ ਬੜੇ ਚੰਗੇ ਕਰਮ ਕਰਦਾ, ਪੁੰਨ ਦਾਨ ਕਰਦਾ, ਤੇ ਮੇਰੇ ਤੇ ਮੁਸੀਬਤ ਕਿਉਂ ਆਈ ਹੈ। ਫਲਾਣਾ ਬੰਦਾ ਬੜੇ ਪਾਪ ਕਰਦਾ, ਉੱਤੇ ਮੁਸੀਬਤ ਆਉਂਦੀ ਕੋਈ ਨਹੀਂ ਪਈ ਹੈ। ਕਹਿਣ ਲੱਗਾ ਵੀ ਮੈਂ ਤੇ ਭਲਾ ਕਰਦਾ ਪਿਆ ਸੀ ਵੀ ਮੇਰੇ ਘਰੇ 2 ਮਹਿਮਾਨ ਆਏ ਨੇ, ਇਹਨਾਂ ਦੀ ਜ਼ਿੰਦਗੀ ਬਚ ਜਾਵੇ, ਪਰ ਰੱਬ ਨੇ ਆਖਿਆ ਵੀ ਤੇਰੀ ਵੀ ਪਰਖ ਮੈਂ ਅੱਜ ਹੀ ਕਰਨੀ ਹੈ। ਕਹਿਣ ਲੱਗਾ ਜਦੋਂ ਮੀਂਹ ਪੈਂਦਾ ਸੀ ਤੇ ਨਾਲ ਠੰਡੀ ਹਵਾ ਚੱਲੇ, ਜਿਹੜੀ ਹੱਡਾਂ ਦੇ ਵਿੱਚੋਂ ਨਿਕਲਦੀ ਜਾਂਦੀ ਹੈ, ਹੱਡਾਂ ਨੂੰ ਚੀਰਦੀ ਜਾਂਦੀ ਹੈ, ਠੰਡੀ ਹਵਾ ਉਸ ਵੇਲੇ ਚੱਲ ਪਈ ਹੈ। ਵਿਆਪਿਓ ਸਗਰੇ ਸੀਤ ਸਰੀਰ। ਤੇ ਉਹ ਜਿਹੜੀ ਸੀਤ ਠੰਡ ਸੀ ਮੇਰੇ ਸਾਰੇ ਸਰੀਰ ਨੂੰ ਲੱਗ ਗਈ। ਅੱਗੇ ਮੈਂ ਆਰਾਮ ਨਾਲ ਆਪਣੀ ਗੁਫਾ 'ਚ ਸੌਂਦਾ ਸੀ, ਨਿੱਘਾ ਹੋ ਗਿਆ। ਅੱਜ ਮੈਨੂੰ ਗੁਫਾ ਤੋਂ ਬਾਹਰ, ਉਹ ਵੀ ਗੜਿਆਂ ਦੀ ਠੰਡ ਦੇ ਵਿੱਚ, ਠੰਡੀ ਹਵਾ ਵਿੱਚ ਰਾਤ ਲੰਘੀ ਤੇ ਉਹ ਠੰਡ ਮੇਰੇ ਸਰੀਰ ਨੂੰ ਲੱਗ ਗਈ। ਠੰਡ ਦੇ ਨਾਲ ਮੇਰਾ ਸਰੀਰ ਠਰ ਗਿਆ ਹੈ। ਔਰ ਹੋਤ ਮੈਂ ਮ੍ਰਿਤਕ ਭਇਓ। ਤੇ ਇਹ ਦੱਸਦਾ ਪਿਆ, ਕਹਿਣ ਲੱਗਾ ਵੀ ਜਿੰਨੇ ਚਿਰ ਨੂੰ ਦਿਨ ਚੜ੍ਹਨਾ ਸੀ, ਦਿਨ ਚੜ੍ਹਨ ਤੋਂ ਪਹਿਲਾਂ ਕਹਿਣ ਲੱਗਾ ਵੀ ਮੇਰਾ ਤੇ ਉੱਥੇ ਰਾਮ ਨਾਮ ਸੱਤ ਹੋ ਗਿਆ। ਮੈਂ ਤੇ ਮਾਰੀ ਗਿਆ, ਠੰਡ ਸਹਾਰ ਹੀ ਨਹੀਂ ਸਕਿਆ। ਬੈਠਾ ਤੇ ਰਿਹਾ ਵੀ ਹੁਣ ਬਾਹਰ ਨਹੀਂ ਨਿਕਲਣਾ ਹੈ, ਬਾਹਰ ਨਿਕਲਾਂਗਾ ਤੇ ਮੇਰੇ ਘਰ ਵਿੱਚ ਆਏ ਮਹਿਮਾਨ ਦੌੜ ਜਾਣਗੇ। ਪਰ ਠੰਡ ਮੈਂ ਨਹੀਂ ਸਹਾਰ ਸਕਿਆ। ਸਾਰੀ ਰਾਤ ਠੰਡ ਵਿੱਚ ਠਰਦਾ ਰਿਹਾ ਤੇ ਕਹਿਣ ਲੱਗੇ ਵੀ ਠਰਦਿਆਂ ਮੇਰੀ ਮੌਤ ਹੋ ਗਈ। ਮੈਂ ਬਾਹਰ ਹੀ ਗੁਫਾ ਤੋਂ ਆਪਣਾ ਸਰੀਰ ਛੱਡ ਗਿਆ, ਮਰ ਗਿਆ ਹਾਂ। ਸਿਸਰ ਵਿਸਾਲ ਪ੍ਰਾਨ ਛਟ ਗਏ। ਤੇ ਕਹਿਣ ਲੱਗੇ ਵੀ ਸਿਸਰ ਵਿਸਾਲ ਤੋਂ ਭਾਵ ਹੁੰਦਾ ਵੀ ਠੰਡ ਬਹੁਤ ਜ਼ਿਆਦੀ ਸੀ। ਤੇ ਦੂਜੀ ਗੱਲ ਇਹ ਆ ਵੀ ਰੁੱਤ ਵੀ ਠੰਡ ਦੀ ਸੀ। ਹੁਣ ਠੰਡ ਦੀ ਰੁੱਤ ਹੋਵੇ ਤੇ ਗੜੇ ਪੈ ਜਾਣ, ਠੰਡੀ ਹਵਾ ਚੱਲ ਪਵੇ, ਤੇ ਉਹ ਫਿਰ ਠੰਡ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਉਹਨੂੰ ਗਿਣਿਆ ਨਹੀਂ ਜਾ ਸਕਦਾ ਵੀ ਕਿੰਨੀ ਠੰਡ ਹੋਵੇਗੀ। ਠੰਡ ਦੀ ਰੁੱਤ ਹੋਣ ਕਰਕੇ ਉਤੋਂ ਇਹੋ ਜਿਹੀ ਮੁਸੀਬਤ, ਇਹੋ ਜਿਹਾ ਦੁੱਖ ਵਾਲਾ ਸਮਾਂ ਬਣਿਆ।
कि वो मेरी जान मेरे प्राण निकल गए। धन 10वें पातशाह गुरु गोबिंद सिंह महाराज जियां ने जदों आनंदपुर साहब का किला छड्डिया, उदों भी ठंड दे दिन, ये दसंबर का महीना, पोह का महीना आपां जिन्हों आखदे हैं, ठंड दे दिन, अते जिस रात किला छड्डिया उस रात सारी रात मींह पैंदा रहा। हुण किन्ने कु कपड़े नाल लै लए होणगे, किन्ना कु बचाव किया होवेगा, इस करते मींह दे विच कपड़े भी भिज गए होणगे। ठंडी हवा चलदी है, रात नूं मींह पैंदा है और दिन भी पोह दीआं रातां दे ने। ते महाराज जियां दे नाल छोटे बच्चे बाबा फतेह सिंह, बाबा जोरावर सिंह 7 साल ते 9 साल की उम्र, ते सतगुरु जियां दे माता जी, माता गुजरी जी जिहड़े बजुर्ग ने वड्डी उम्र दे ने। इन्नी ठंड दे विच महाराज जियां ने आनंदपुर साहब नूं छड्डिया सी। ते कहण तो भाव ये आ भी उस दिन भी ठंड है, जिथे मींह पैंदा उत्थे ठंडी हवा चलदी है। जदों महाराज अपना घर छड्ड के तुरे, काहदे वास्ते? साडे वास्ते। जदों कोई समा बनता है ना दुख वाला, मुसीबत वाला, विपता वाला, उदों इकट्ठा ही बन जाता। इकट्ठियां वस्तुआं इक्के वारी इकट्ठियां हो जांदियां, मुसीबतां इक्के वारी इकट्ठियां हो जांदियां। आखीदा भी आह मुसीबत ना आउंदी ते इस विचों मैं निकल जाना सी, पर जदों परख दा समा पैंदा उदों फिर वो चीज़ां इकट्ठियां हो जांदियां। ये शेर कहंदा पिया, कहण लगा भी ठंड इहो जी मैनूं लगी भी मैनूं उत्थे अपना शरीर फिर मैं बचा नहीं सकिया। ठंडी हवा लगन करके शरीर ठर गया, ते शरीर ठरन करके मैं मर गया, मेरी मौत हो गई है। भई परात सो संत प्रवीण। ते कहण लगे भी जदों दिन चढ़िया ते बदल चले गया किसे बन्ने, ते थोड़ा जिहा जदों धुप चढ़ी, सूरज निकलिया, ते वो जिहड़े साधु मेरी गुफा 'च बैठे सन, है वो राहगीर पर है रब दी बंदगी करन वाले, उन्होंने वेख्या भी हुण मींह खलो गया, गड़े पैंदे खलो गए ने, तो हुण सानू अपने राह नूं जाना चाहिए। वो सन रब दी बंदगी करन वाले, सिमरन करन वाले। कहण लगे जदों वो साधु मेरी गुफा विचों बाहर निकले हन, निकसे मृतक मोय पिखली ना। ते कहण लगे भी उन्होंने जदों गुफा तो बाहर निकल के चलण लगे, हाले थोड़े कदम ही चले तो अगे उन्होंने मेरा शरीर वेख लिया भी मैं तो मरिया पिया। मेरे मरे हुए शरीर नूं जदों उन्हां साधुआं ने जिहड़े मेरे घर विच बैठे सन, जदों उन्होंने देखिया है, करना कीन जान मम कर्म, ते उन्हां नूं समझ पै गई, उन्हां संतां नूं पता लग गया भी जिस गुफा दे विच असीं रात कढ़ी है वो गुफा इहदा घर सीगा। उन्हां साधुआं नूं इह भी पता लग गया भी इहदी गुफा विच असीं बैठे सी ते साडी जान बचाउण वास्ते इह विचारा सारी रात बाहर रहा। ते ठंड दे विच इसने मींह ते गड़ियां नूं सहारिया है, ठंडी हवा नूं सहारिया है, पर गुफा दे विच नहीं गया भी असीं ना डर जाइए। अपने शरीर दे उपर इस शेर जूनी दे विच होण करके भी इन्हें इन्ने दुख लए ने, पर सानू इन्हें दुखी नहीं किया। कहण लगे वो जिहड़े व्यक्ति गुफा विच सानू रब दे बंदगी वाले साधु सन, उन्होंने इस गल का पता लग गया है। फल दीनस आस जस अत धर्म। ते कहण लगे भी उन्हां दोवां साधुआं ने विचार कीती भी भावें ये शेर है, तामस जूनी है, भावें ये जीवां नूं मार के खांदा है, पर जिहड़ा अज इहने कर्म कीता इहदा कर्म शलाघायोग है, इहदा कर्म सेवा वाला है। कई बारी असीं सोचते हाँ भी असीं कोई काम करते हाँ, साडे उस काम का दुनिया नूं पता लगना चाहिए भी मैं आ काम कीता है, दुनिया नूं पता लगे, साडी मशहूरी हो जाए। ते असीं करदे भी हाँ, बाहर